ਹੈਲੋ ਗਾਈਜ਼, ਵੈਲਕਮ ਟੂ ਯੂ ਇਨ ਹਾਈ-ਫਾਈ ਜੀਕੇ ਗੁਰੂ ਜੀ YouTube ਚੈਨਲ। ਆਈ ਹੋਪ ਕਿ ਤੁਹਾਡੇ ਐਗਜ਼ਾਮ ਦੀ ਤਿਆਰੀ ਵਧੀਆ ਚੱਲ ਰਹੀ ਹੋਊਗੀ, ਕਿਉਂਕਿ ਆਪਣੇ ਜਿਹੜੇ ਮਾਸਟਰ ਕੇਡਰ ਦੇ ਐਗਜ਼ਾਮ ਨੇ ਉਹਨਾਂ ਦੀਆਂ ਡੇਟਸ ਅਨਾਊਂਸ ਹੋ ਚੁੱਕੀਆਂ ਨੇ। SST ਦਾ ਜਿਹੜਾ ਐਗਜ਼ਾਮ ਆ ਉਹ 27 ਦਸੰਬਰ ਨੂੰ ਹੋਣਾ ਵਾ, ਅਤੇ ਉਸੇ ਦੇ ਸੰਬੰਧ ਵਿੱਚ ਮੈਂ ਤੁਹਾਨੂੰ 6th ਕਲਾਸ ਤੋਂ ਲੈ ਕੇ +2 ਕਲਾਸ ਤੱਕ ਦੀ ਹਿਸਟਰੀ ਆ ਜਿਹੜੀ ਉਹ ਕਵਰ ਕਰਵਾਉਣੀ ਆ। ਅੱਜ ਆਪਾਂ +1 ਕਲਾਸ ਦਾ ਜਿਹੜਾ ਨੈਕਸਟ ਟੌਪਿਕ ਆ ਉਹ ਕਵਰ ਕਰਨ ਜਾ ਰਹੇ ਹਾਂ। ਤਾਂ ਆਓ ਬਿਨਾਂ ਟਾਈਮ ਵੇਸਟ ਕੀਤੇ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ। ਅਤੇ ਨਾਲ ਹੀ ਨਾਲ ਮੇਰੀ ਇਹ ਰਿਕੁਐਸਟ ਆ ਕਿ ਵੀਡੀਓ ਨੂੰ ਦੇਖਣ ਤੋਂ ਬਾਅਦ ਉਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਆ ਕਰੋ, ਠੀਕ ਹੈ। ਆਓ ਅੱਜ ਦੀ ਇਸ ਵੀਡੀਓ ਨੂੰ ਸ਼ੁਰੂ ਕਰੀਏ। ਅੱਜ ਆਪਾਂ ਪੜ੍ਹਨਾ ਗੁਰੂ ਨਾਨਕ ਦੇਵ ਜੀ ਅਤੇ ਸਿੱਖ ਧਰਮ ਦੀ ਸਥਾਪਨਾ। ਸਿੱਖ ਧਰਮ ਦੀ ਜਾਣਕਾਰੀ ਦੇਣ ਵਾਲਾ ਸਭ ਤੋਂ ਮਹੱਤਵਪੂਰਨ ਸੋਮਾ ਕਿਹੜਾ ਹੈ? ਗੁਰੂ ਗ੍ਰੰਥ ਸਾਹਿਬ ਜੀ ਆ ਜਿਹੜੇ ਉਹ ਸਿੱਖ ਧਰਮ ਦੀ ਜਾਣਕਾਰੀ ਦੇਣ ਵਾਲਾ ਸਭ ਤੋਂ ਮਹੱਤਵਪੂਰਨ ਸੋਮਾ ਵਾ, ਠੀਕ ਹੈ। ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਹੋਇਆ? 1604 ਈਸਵੀ ਵਿੱਚ। ਗੁਰੂ ਗ੍ਰੰਥ ਸਾਹਿਬ ਦਾ ਸੰਕਲਨ ਕਿਸ ਨੇ ਕੀਤਾ? ਗੁਰੂ ਅਰਜਨ ਦੇਵ ਜੀ ਨੇ। ਗੁਰੂ ਗ੍ਰੰਥ ਸਾਹਿਬ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ ਹੈ? ਗੁਰਮੁਖੀ ਵਿੱਚ। ਭਾਈ ਗੁਰਦਾਸ ਜੀ ਨੇ ਕਿੰਨੀਆਂ ਵਾਰਾਂ ਦੀ ਰਚਨਾ ਕੀਤੀ? 39 ਵਾਰਾਂ ਦੀ ਭਾਈ ਗੁਰਦਾਸ ਜੀ ਨੇ ਰਚਨਾ ਕੀਤੀ ਅਤੇ ਇਹਨਾਂ ਦੀਆਂ ਜਿਹੜੀਆਂ ਵਾਰਾਂ ਨੇ ਇਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਿਹਾ ਜਾਂਦਾ ਵਾ। ਸਿੱਖ ਧਰਮ ਦੀ ਜਾਣਕਾਰੀ ਹੋਰ ਕਿਹੜੇ ਸਰੋਤਾਂ ਤੋਂ ਮਿਲਦੀ ਹੈ? ਜਨਮ ਸਾਖੀਆਂ ਤੋਂ। ਖਾਫੀ ਖਾਂ ਦੁਆਰਾ ਰਚਿਤ ਪ੍ਰਸਿੱਧ ਗ੍ਰੰਥ ਦਾ ਨਾਂ ਦੱਸੋ? ਮੁੰਤਖਿਬ ਉਲ ਲੁਬਾਬ ਨਾਂ ਦਾ ਜਿਹੜਾ ਗ੍ਰੰਥ ਆ ਇਹ ਖਾਫੀ ਖਾਂ ਨੇ ਰਚਿਆ ਵਾ। ਸ਼੍ਰੀ ਗੁਰਸ਼ੋਭਾ ਦਾ ਲੇਖਕ ਕੌਣ ਸੀ? ਸੈਨਾਪਤ। ਸਿੱਖਾਂ ਦੀ ਭਗਤਮਾਲਾ ਪੁਸਤਕ ਦੀ ਰਚਨਾ ਕਿਸਨੇ ਕੀਤੀ? ਭਾਈ ਮਨੀ ਸਿੰਘ ਜੀ ਨੇ। ਬੰਸਾਵਲੀਨਾਮਾ ਦੀ ਰਚਨਾ ਕਿਸਨੇ ਕੀਤੀ? ਕੇਸਰ ਸਿੰਘ ਛਿੱਬੜ ਨੇ। ਤੁਝ ਕੇ ਬਾਬਰੀ ਦਾ ਲੇਖਕ ਕੌਣ ਸੀ? ਬਾਬਰ। ਆਇਨੇ ਅਕਬਰੀ ਦਾ ਲੇਖਕ ਕੌਣ ਸੀ? ਅਬੁਲ ਫਜ਼ਲ। ਜਹਾਂਗੀਰ ਦੀ ਆਤਮ ਕਥਾ ਦਾ ਨਾਂ ਦੱਸੋ? ਜਹਾਂਗੀਰ ਆ ਜਿਹੜਾ ਉਹਦੀ ਆਤਮ ਕਥਾ ਦਾ ਨਾਂ ਹੈ ਤੁਜਕ ਏ ਜਹਾਂਗੀਰੀ। ਮੌਹਸਿਨ ਫਾਨੀ ਦੀ ਰਚਨਾ ਕਿਹੜੀ ਸੀ? ਦਬਿਸਤਾਨ-ਏ ਮਜ਼ਾਹਿਬ, ਠੀਕ ਹੈ। ਦਬਿਸਤਾਨ-ਏ ਮਜ਼ਾਹਿਬ ਆ ਜਿਹੜਾ ਉਹਦੀ ਰਚਨਾ ਕਿਹਨੇ ਕੀਤੀ ਆ? ਮੌਹਸਿਨ ਫਾਨੀ ਨੇ। ਗੁਰੂ ਤੇਗ ਬਹਾਦਰ ਜੀ ਦੇ ਕਿੰਨੇ ਹੁਕਮਨਾਮੇ ਪ੍ਰਾਪਤ ਹੋਏ ਹਨ? 23 ਹੁਕਮਨਾਮੇ ਨੇ ਕੁੱਲ ਗੁਰੂ ਤੇਗ ਬਹਾਦਰ ਜੀ ਦੇ ਜਿਹੜੇ ਪ੍ਰਾਪਤ ਹੋਏ ਆ। ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਨਾਮੇ ਕਿੰਨੇ ਹਨ? ਗੁਰੂ ਗੋਬਿੰਦ ਸਿੰਘ ਜੀ ਦੇ 34 ਹੁਕਮਨਾਮੇ ਪ੍ਰਾਪਤ ਹੋਏ ਆ ਆਪਾਂ ਨੂੰ। ਸਿੱਖ ਇਤਿਹਾਸ ਨਾਲ ਸੰਬੰਧਿਤ ਹੋਰ ਸੋਮੇ ਕਿਹੜੇ ਹਨ? ਦਸਮ ਗ੍ਰੰਥ ਜੀ ਅਤੇ ਭੱਟਵਈਆਂ ਨੇ ਜਿਹੜੀਆਂ ਇਹ ਵੀ ਸਾਨੂੰ ਸਿੱਖ ਹਿਸਟਰੀ ਆ ਜਿਹੜੀ ਉਹਦੀ ਇਨਫੋਰਮੇਸ਼ਨ ਦਿੰਦੇ ਆ। ਉੱਪਰਲੇ ਜਿਹੜੇ ਵੀ ਆਪਾਂ ਨੂੰ ਸਰੋਤ ਹੈ ਨਾ, ਮੈਂ ਕੁਐਸਚਨ ਤੁਹਾਨੂੰ ਪੜ੍ਹਾਏ ਆ ਕਿ ਸਾਰੀਆਂ ਕਿਤਾਬਾਂ ਪੜ੍ਹਾਈਆਂ ਨੇ ਉਹਨਾਂ ਤੋਂ ਆਪਾਂ ਨੂੰ ਸਿੱਖ ਹਿਸਟਰੀ ਦੀ ਇਨਫੋਰਮੇਸ਼ਨ ਮਿਲਦੀ ਆ। ਮੁਸਲਿਮ ਸਮਾਜ ਕਿੰਨੀਆਂ ਸ਼੍ਰੇਣੀਆਂ ਵਿੱਚ ਵੰਡਿਆ ਹੋਇਆ ਸੀ? ਹਾਂਜੀ, ਅੱਗੇ ਹੁਣ ਉਸ ਸਮੇਂ ਦੇ ਵਿੱਚ ਮੱਧਕਾਲੀਨ ਟਾਈਮ ਦੇ ਵਿੱਚ ਯਾਨੀ ਕਿ ਆਪਣੇ ਗੁਰੂਆਂ ਦੇ ਟਾਈਮ ਦੇ ਵਿੱਚ ਜਿਹੜਾ ਮੁਸਲਿਮ ਸਮਾਜ ਸੀ ਉਹ 3 ਸ਼੍ਰੇਣੀਆਂ ਦੇ ਵਿੱਚ ਵੰਡਿਆ ਹੋਇਆ ਸੀਗਾ। 3 ਸ਼੍ਰੇਣੀਆਂ ਕਿਹੜੀਆਂ ਕਿਹੜੀਆਂ ਸੀ? ਸਭ ਤੋਂ ਪਹਿਲਾਂ ਸੀ ਉੱਚੀ ਸ਼੍ਰੇਣੀ, ਮੱਧ ਸ਼੍ਰੇਣੀ ਅਤੇ ਨੀਵੀਂ ਸ਼੍ਰੇਣੀ। ਮੁਸਲਮਾਨਾਂ ਦੀ ਉੱਚ ਸ਼੍ਰੇਣੀ ਵਿੱਚ ਕਿਹੜੇ ਲੋਕ ਆਉਂਦੇ ਸਨ? ਅਮੀਰ, ਖਾਨ, ਸ਼ੇਖ, ਕਾਜੀ ਅਤੇ ਉਲਮਾ ਜਿਹੜੇ ਸੀਗੇ ਇਹ ਮੁਸਲਮਾਨਾਂ ਦੀ ਉੱਚੀ ਸ਼੍ਰੇਣੀ ਦੇ ਲੋਕ ਹੁੰਦੇ ਸੀਗੇ। ਉੱਚ ਸ਼੍ਰੇਣੀ ਦੇ ਲੋਕ ਆਪਣਾ ਜੀਵਨ ਕਿਵੇਂ ਬਤੀਤ ਕਰਦੇ ਸਨ? ਦੇਖੋ, ਉੱਚੀ ਸ਼੍ਰੇਣੀ ਦੇ ਲੋਕ ਸੀ ਤਾਂ ਜੀਵਨ ਵੀ ਵਧੀਆ ਢੰਗ ਨਾਲ ਹੀ ਬਤੀਤ ਕਰਦੇ ਹੋਣਗੇ। ਐਸ਼ੋ ਆਰਾਮ ਦਾ ਜੀਵਨ ਬਤੀਤ ਕਰਦੇ ਸਨ। ਸ਼ਾਨਦਾਰ ਮਹਿਲਾਂ ਵਿੱਚ ਰਹਿੰਦੇ ਸਨ। ਜ਼ਿਆਦਾ ਸਮਾਂ ਜਿਹੜਾ ਸੀ ਉਹ ਜਸ਼ਨ ਮਨਾਉਣ ਵਿੱਚ ਬਤੀਤ ਕਰਦੇ ਸਨ ਅਤੇ ਉਹਨਾਂ ਦੇ ਹਰਮਾਂ ਵਿੱਚ ਅਨੇਕਾਂ ਜਿਹੜੀਆਂ ਸੀ ਇਸਤਰੀਆਂ ਰੱਖੀਆਂ ਹੁੰਦੀਆਂ ਸੀਗੀਆਂ। ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦੇ ਜੀਵਨ ਦਾ ਮੁੱਖ ਅੰਗ ਕੀ ਸਨ? ਸੁਰਾ ਅਤੇ ਸੁੰਦਰੀ ਜਿਹੜਾ ਸੀ ਉਹਨਾਂ ਦੇ ਜੀਵਨ ਦਾ ਮੁੱਖ ਅੰਗ ਹੁੰਦਾ ਸੀਗਾ, ਠੀਕ ਹੈ। ਅੱਗੇ ਹੈ ਮੁਸਲਮਾਨਾਂ ਦੇ ਧਾਰਮਿਕ ਨੇਤਾ ਕੌਣ ਸਨ? ਉਲਮਾ ਅਤੇ ਕਾਜੀ ਜਿਹੜੇ ਸੀਗੇ ਉਹ ਮੁਸਲਮਾਨਾਂ ਦੇ ਧਾਰਮਿਕ ਨੇਤਾ ਹੁੰਦੇ ਸੀਗੇ। ਉਲਮਾ ਅਤੇ ਕਾਜੀ ਦਾ ਕੀ ਕੰਮ ਹੁੰਦਾ ਸੀ? ਇਸਲਾਮੀ ਕਾਨੂੰਨਾਂ ਦੀ ਵਿਆਖਿਆ ਕਰਨਾ ਅਤੇ ਲੋਕਾਂ ਨੂੰ ਨਿਆਂ ਦੇਣਾ, ਇਹ ਜਿਹੜਾ ਸੀ ਉਲਮਾ ਅਤੇ ਕਾਜੀ ਦਾ ਕੰਮ ਹੁੰਦਾ ਸੀਗਾ। ਮੁਸਲਮਾਨਾਂ ਦੀ ਮੱਧ ਸ਼੍ਰੇਣੀ ਵਿੱਚ ਕਿਹੜੇ ਲੋਕ ਆਉਂਦੇ ਸਨ? ਜਿਹੜੀ ਮੱਧ ਸ਼੍ਰੇਣੀ ਸੀ ਉਹਦੇ ਵਿੱਚ ਜਿਵੇਂ ਸੈਨਿਕ ਹੋ ਗਏ, ਵਪਾਰੀ ਹੋ ਗਏ, ਕਿਸਾਨ ਹੋ ਗਏ ਅਤੇ ਰਾਜ ਦੇ ਜਿਹੜੇ ਵੀ ਛੋਟੇ ਮੋਟੇ ਕਰਮਚਾਰੀ ਹੁੰਦੇ ਸੀਗੇ ਉਹ ਸਾਰੇ ਮੱਧ ਸ਼੍ਰੇਣੀ ਵਿੱਚ ਆਉਂਦੇ ਸੀਗੇ ਮੁਸਲਮਾਨਾਂ ਦੀ ਵਿੱਚ। ਮੁਸਲਮਾਨਾਂ ਦੀ ਨੀਵੀਂ ਸ਼੍ਰੇਣੀ ਵਿੱਚ ਕਿਹੜੇ ਲੋਕ ਆਉਂਦੇ ਸੀਗੇ? ਦਾਸ ਅਤੇ ਜਿਹੜੇ ਨੌਕਰ ਹੁੰਦੇ ਸੀ ਉਹਨਾਂ ਨੂੰ ਨੀਵੀਂ ਸ਼੍ਰੇਣੀ ਦੇ ਵਿੱਚ ਰੱਖਿਆ ਜਾਂਦਾ ਸੀਗਾ। ਨੀਵੀਂ ਸ਼੍ਰੇਣੀ ਦੇ ਲੋਕਾਂ ਦਾ ਜੀਵਨ ਕਿਹੋ ਜਿਹਾ ਹੁੰਦਾ ਸੀਗਾ? ਇੱਕ ਤਾਂ ਰੋਜੀ ਰੋਟੀ ਕਮਾਉਣ ਦੇ ਲਈ ਕੀ ਸੀ, ਉਹਨਾਂ ਨੂੰ ਸਖਤ ਮਿਹਨਤ ਕਰਨੀ ਪੈਂਦੀ ਸੀਗੀ, ਠੀਕ ਹੈ। ਦੂਜੇ ਨੰਬਰ 'ਤੇ ਉਹਨਾਂ ਦਾ ਜੀਵਨ ਜਿਹੜਾ ਵਾ ਚੰਗਾ ਨਹੀਂ ਹੁੰਦਾ ਸੀਗਾ ਕਿ ਉਹਨਾਂ ਨੂੰ ਨੀਵਾਂ ਸਮਝਿਆ ਜਾਂਦਾ ਸੀ, ਉਹਨਾਂ ਨਾਲ ਭੈੜਾ ਸਲੂਕ ਕੀਤਾ ਜਾਂਦਾ ਸੀ। ਉਹਨਾਂ ਦੇ ਸਵਾਮੀ ਉਹਨਾਂ ਉੱਤੇ ਕੀ ਆ ਅਤਿਆਚਾਰ ਵੀ ਕਰਦੇ ਸਨ। ਮੁਸਲਮਾਨ ਇਸਤਰੀਆਂ ਦੀ ਸਥਿਤੀ ਕਿਹੋ ਜਿਹੀ ਸੀ?
ਇਸਤਰੀਆਂ ਦੀ ਸਥਿਤੀ ਆ ਜਿਹੜੀ ਚੰਗੀ ਨਹੀਂ ਸੀਗੀ। ਕਿਵੇਂ ਚੰਗੀ ਨਹੀਂ ਸੀ ਉਹ ਦੇਖਦੇ ਹਾਂ ਕਿ ਉਹਨਾਂ ਨਾਲ ਕੀ ਸਲੂਕ ਕੀਤਾ ਜਾਂਦਾ ਸੀ। ਜਿਹੜੀਆਂ ਇਸਤਰੀਆਂ ਸੀ ਪਹਿਲਾਂ ਤਾਂ ਉਹਨਾਂ ਨੂੰ ਕੇਵਲ ਭੋਗ ਵਿਲਾਸ ਦੀ ਵਸਤੂ ਸਮਝਿਆ ਜਾਂਦਾ ਸੀਗਾ, ਠੀਕ ਹੈ। ਅਤੇ ਉਹ ਘੱਟ ਪੜ੍ਹੀਆਂ ਲਿਖੀਆਂ ਹੁੰਦੀਆਂ ਸੀਗੀਆਂ ਜਾਂ ਜ਼ਿਆਦਾਤਰ ਅਨਪੜ੍ਹ ਹੀ ਹੁੰਦੀਆਂ ਸੀਗੀਆਂ। ਅਤੇ ਉਹਨਾਂ ਵਿੱਚ ਕੀ ਸੀਗਾ, ਪਰਦਾ ਪ੍ਰਥਾ ਪ੍ਰਚਲਿਤ ਸੀ। ਅਤੇ ਆਪਣਾ ਜਿਹੜਾ ਹਿੰਦੂ ਸਮਾਜ ਉਹਨਾਂ ਨੇ ਜਿਹੜੀ ਪਰਦਾ ਪ੍ਰਥਾ ਦੀ ਰੀਤ ਆ ਕਿਹਨਾਂ ਤੋਂ ਗ੍ਰਹਿਣ ਕੀਤੀ ਆ, ਮੁਸਲਮਾਨਾਂ ਤੋਂ ਗ੍ਰਹਿਣ ਕੀਤੀ ਆ। ਉਹ ਬਹੁ ਵਿਆਹ ਪ੍ਰਥਾ ਵਾ, ਠੀਕ ਆ। ਉਹਨਾਂ ਕਰਕੇ ਜਿਹੜੀ ਇਸਤਰੀਆਂ ਸੀਗੀਆਂ ਉਹਨਾਂ ਦੀ ਹਾਲਤ ਜਿਹੜੀ ਸੀ ਖਰਾਬ ਹੁੰਦੀ ਸੀ, ਕਿਉਂਕਿ ਜਿਹੜੇ ਅਮੀਰ ਲੋਕ ਹੁੰਦੇ ਸੀ ਉਹ ਕਾਫੀ ਇਸਤਰੀਆਂ ਜਿਹੜੀਆਂ ਸੀ ਉਹਨਾਂ ਦੇ ਹਰਮਾਂ ਵਿੱਚ ਹੁੰਦੀਆਂ ਸੀ, ਤਾਂ ਕਰਕੇ ਉਹਨਾਂ ਦੀ ਕੰਡੀਸ਼ਨ ਆ ਜਿਹੜੀ ਉਹ ਖਰਾਬ ਹੀ ਹੁੰਦੀ ਸੀਗੀ। ਕੇਵਲ ਉੱਚ ਸ਼੍ਰੇਣੀ ਨਾਲ ਸੰਬੰਧਿਤ ਇਸਤਰੀਆਂ ਜਿਹੜੀਆਂ ਸੀ ਉਹਨਾਂ ਨੂੰ ਕੁਛ ਸਹੂਲਤਾਂ ਮਿਲਦੀਆਂ ਸੀਗੀਆਂ। ਫਿਰ ਮੁਸਲਮਾਨਾਂ ਦਾ ਖਾਣ ਪੀਣ ਕਿਹੋ ਜਿਹਾ ਸੀਗਾ। ਹੁਣ ਜਿਹੜੇ ਮੁਸਲਮਾਨ ਹੁੰਦੇ ਸੀਗੇ ਮੀਟ, ਹਲਵਾ, ਪੂੜੀ ਅਤੇ ਮੱਖਣ ਦੀ ਵਰਤੋਂ ਕਰਦੇ ਸਨ ਉਹ, ਅਤੇ ਉਹਨਾਂ ਵਿੱਚ ਸ਼ਰਾਬ ਪੀਣ ਦੀ ਪ੍ਰਥਾ ਆਮ ਹੋ ਗਈ ਸੀਗੀ। ਮੁਸਲਮਾਨ ਇਸਤਰੀਆਂ ਜਿਹੜੀਆਂ ਸੀ ਉਹ ਵੀ ਸ਼ਰਾਬ ਪੀਂਦੀਆਂ ਸਨ। ਇਹ ਤੋਂ ਬਿਨਾਂ ਅਫੀਮ ਅਤੇ ਜਿਹੜੀ ਭੰਗ ਆ ਉਹਦੀ ਵੀ ਵਰਤੋਂ ਕਰਦੇ ਸਨ। ਉਹ ਸੁਪਾਰੀ ਖਾਣ ਦੇ ਵੀ ਸ਼ੌਕੀਨ ਸਨ। ਨੀਵੀਂ ਸ਼੍ਰੇਣੀ ਨਾਲ ਸੰਬੰਧਿਤ ਲੋਕਾਂ ਦਾ ਖਾਣਾ ਵਾ ਜਿਹੜਾ ਉਹ ਬਿਲਕੁਲ ਸਧਾਰਨ ਹੁੰਦਾ ਸੀ। ਉਹ ਕੀ ਸੀਗਾ, ਮਾंस ਖਾਂਦੇ ਸੀਗੇ, ਰੋਟੀ ਖਾਂਦੇ ਸੀ, ਜਾਂ ਵੱਧ ਤੋਂ ਵੱਧ ਲੱਸੀ ਪੀਂਦੇ ਸੀਗੇ। ਉੱਚ ਸ਼੍ਰੇਣੀ ਦੇ ਮੁਸਲਮਾਨਾਂ ਦਾ ਪਹਿਰਾਵਾ ਕਿਹੋ ਜਿਹਾ ਹੁੰਦਾ ਸੀ। ਹੁਣ ਜਿਹੜੇ ਉੱਚ ਸ਼੍ਰੇਣੀ ਦੇ ਲੋਕ ਸੀਗੇ ਮੁਸਲਮਾਨ, ਉਹਨਾਂ ਦਾ ਪਹਿਰਾਵਾ ਕਿਹੋ ਜਿਹਾ ਹੁੰਦਾ ਸੀ। ਉਹਨਾਂ ਦੀਆਂ ਜਿਹੜੀਆਂ ਪੋਸ਼ਾਕਾਂ ਹੁੰਦੀਆਂ ਸੀਗੀਆਂ ਉਹ ਕਾਫੀ ਕੀਮਤੀ ਹੁੰਦੀਆਂ ਸੀਗੀਆਂ, ਠੀਕ ਹੈ। ਉਹਨਾਂ 'ਤੇ ਕੀ ਸੀ, ਹੀਰੇ ਅਤੇ ਜਵਾਹਰਾਤ ਲੱਗੇ ਹੁੰਦੇ ਸੀਗੇ, ਅਤੇ ਰੇਸ਼ਮ ਅਤੇ ਮਖਮਲ ਦੇ ਬਣੇ ਹੋਏ ਜਿਹੜੇ ਮਹਿੰਗੇ ਕੱਪੜੇ ਹੁੰਦੇ ਸੀ, ਜਿਵੇਂ ਰੇਸ਼ਮ ਹੋ ਗਿਆ, ਮਖਮਲ ਹੋ ਗਿਆ, ਇਹਨਾਂ ਦੇ ਬਣੇ ਹੋਏ ਕੱਪੜੇ ਜਿਹੜੇ ਅਮੀਰ ਲੋਕ ਸੀਗੇ ਉਹ ਪਹਿਨਦੇ ਸੀਗੇ। ਨੀਵੀਂ ਸ਼੍ਰੇਣੀ ਦੇ ਮੁਸਲਮਾਨਾਂ ਦਾ ਪਹਿਰਾਵਾ ਕਿਹੋ ਜਿਹਾ ਸੀ। ਉਹਨਾਂ ਦੇ ਕੱਪੜੇ ਜਿਹੜੇ ਸੀਗੇ ਸੂਤੀ ਹੁੰਦੇ ਸੀਗੇ, ਠੀਕ ਆ। ਪੁਰਸ਼ ਜਿਹੜੇ ਸੀਗੇ ਉਹ ਕੁੜਤਾ ਅਤੇ ਪਜਾਮਾ ਪਹਿਨਦੇ ਸਨ, ਅਤੇ ਸਿਰ 'ਤੇ ਕੀ ਆ, ਪੱਗੜੀ ਬੰਨ੍ਹਦੇ ਸਨ। ਇਸਤਰੀਆਂ ਜਿਹੜੀਆਂ ਸੀਗੀਆਂ ਉਹ ਲੰਬਾ ਬੁਰਕਾ ਪਾਉਂਦੀਆਂ ਸੀਗੀਆਂ। 15ਵੀਂ ਅਤੇ 16ਵੀਂ ਸਦੀ ਵਿੱਚ ਪੰਜਾਬ ਦੇ ਹਿੰਦੂ ਸਮਾਜ ਦੀ ਸਮਾਜਿਕ ਹਾਲਤ ਕਿਹੋ ਜਿਹੀ ਸੀ। ਹਿੰਦੂ ਸਮਾਜ ਕਈ ਜਾਤਾਂ ਅਤੇ ਉਪ ਜਾਤਾਂ ਵਿੱਚ ਵੰਡਿਆ ਹੋਇਆ ਸੀਗਾ, ਠੀਕ ਹੈ। ਇਟਲੀ ਦੇ ਯਾਤਰੀ ਨਿਕੋਲੋ ਕੋਂਟੀ ਦੇ ਅਨੁਸਾਰ ਉਸ ਸਮੇਂ ਹਿੰਦੂ ਸਮਾਜ ਵਿੱਚ ਕਿੰਨੀਆਂ ਉਪਜਾਤੀਆਂ ਸਨ। 84 ਉਪਜਾਤੀਆਂ ਸੀ ਉਸ ਸਮੇਂ। ਦੇਖੋ 4 ਜਾਤੀਆਂ ਤਾਂ ਸੀਗੀਆਂ ਹੀ, ਕਿਹੜੀਆਂ, ਬ੍ਰਾਹਮਣ, ਕਸ਼ੱਤਰੀ, ਵੈਸ਼ ਅਤੇ ਸ਼ੂਦਰ, ਅਤੇ ਇਹ ਵੀ ਅੱਗੇ ਜਾ ਕੇ 84 ਉਪਜਾਤੀਆਂ ਦੇ ਵਿੱਚ ਵੰਡੀਆਂ ਹੋਈਆਂ ਸੀਗੀਆਂ। ਕਿਹੜੀ ਜਾਤੀ ਨੂੰ ਸਮਾਜ ਵਿੱਚ ਸਭ ਤੋਂ ਉੱਚਾ ਸਥਾਨ ਪ੍ਰਾਪਤ ਸੀ, ਬ੍ਰਾਹਮਣਾਂ ਨੂੰ। ਹਿੰਦੂ ਸਮਾਜ ਵਿੱਚ ਇਸਤਰੀਆਂ ਦੀ ਦਸ਼ਾ ਕਿਹੋ ਜਿਹੀ ਸੀ। ਦੇਖੋ ਹਿੰਦੂ ਸਮਾਜ ਜਿਹੜਾ ਸੀਗਾ, ਇਸਤਰੀਆਂ ਦੀ ਦਸ਼ਾ ਜਿਹੜੀ ਬਹੁਤ ਤਰਸਯੋਗ ਸੀਗੀ, ਅਤੇ ਉਹਨਾਂ ਦਾ ਦਰਜਾ ਜਿਹੜਾ ਸੀ ਪੁਰਸ਼ਾਂ ਦੀ ਜੁੱਤੀ ਦੇ ਬਰਾਬਰ ਦਾ ਹੁੰਦਾ ਸੀਗਾ। ਲੜਕੀਆਂ ਨੂੰ ਜੰਮਦੇ ਹੀ ਮਾਰ ਦਿੱਤਾ ਜਾਂਦਾ ਸੀਗਾ। ਕਿਉਂਕਿ ਅਗਾਂਹ ਜਦੋਂ ਵੱਡੀਆਂ ਹੁੰਦੀਆਂ ਸੀਗੀਆਂ, ਠੀਕ ਆ, ਉਹਨਾਂ ਦਾ ਵਿਆਹ ਕਰਨਾ ਹੁੰਦਾ ਸੀ, ਦਹੇਜ 'ਤੇ ਖਰਚਾ ਹੁੰਦਾ ਸੀ, ਤਾਂ ਕਰਕੇ ਕੀ ਸੀਗਾ ਕਿ ਉਹਨਾਂ ਨੂੰ ਜੰਮਦੇ ਸਾਰ ਹੀ ਮਾਰ ਦਿੱਤਾ ਜਾਂਦਾ ਸੀਗਾ। ਲੜਕੀਆਂ ਨੂੰ ਪੜ੍ਹਾਉਣਾ ਜਿਹੜਾ ਵਾ ਚੰਗਾ ਨਹੀਂ ਸਮਝਿਆ ਜਾਂਦਾ ਸੀਗਾ। ਉਹਨਾਂ ਨੂੰ ਘਰ ਦੀ ਚਾਰ ਦੀਵਾਰੀ ਦੇ ਅੰਦਰ ਰੱਖਿਆ ਜਾਂਦਾ ਸੀ, ਠੀਕ ਆ। ਘਰੇਲੂ ਜਿਹੜੇ ਕੰਮ ਹੁੰਦੇ ਸੀ ਉਹੀ ਸਿਖਾਏ ਜਾਂਦੇ ਸੀਗੇ। ਫਿਰ ਛੋਟੀ ਉਮਰ ਵਿੱਚ ਵਿਆਹ ਕਰ ਦਿੱਤਾ ਜਾਂਦਾ ਸੀਗਾ ਉਹਨਾਂ ਦਾ, ਅਤੇ ਉਹਨਾਂ ਨੂੰ ਘਰ ਦੀ ਚਾਰ ਦੀਵਾਰੀ ਅੰਦਰ ਬੰਦ ਰਹਿਣਾ ਪੈਂਦਾ ਸੀਗਾ। ਮੁਸਲਮਾਨ ਸਮਾਜ ਤੋਂ ਹਿੰਦੂਆਂ ਨੇ ਪਰਦਾ ਪ੍ਰਥਾ ਨੂੰ ਅਪਣਾ ਲਿਆ ਸੀ, ਅਤੇ ਜਿਹੜੀ ਸਤੀ ਪ੍ਰਥਾ ਵਾ ਉਹ ਵੀ ਹਿੰਦੂ ਸਮਾਜ ਵਿੱਚ ਪ੍ਰਚਲਿਤ ਸੀਗੀ। ਇਹ ਤੋਂ ਬਿਨਾਂ ਜਿਹੜੀਆਂ ਹੋਰ ਬੁਰਾਈਆਂ ਸੀ ਇਸਤਰੀਆਂ ਨੂੰ ਜਿਹੜੀਆਂ ਕਮਜ਼ੋਰ ਕਰਦੀਆਂ ਸੀਗੀਆਂ ਉਹ ਦੇਖਦੇ ਹਾਂ। ਜਿਹੜੀਆਂ ਹਿੰਦੂ ਇਸਤਰੀਆਂ ਹੁੰਦੀਆਂ ਸੀਗੀਆਂ, ਠੀਕ ਆ, ਉਹਨਾਂ ਵਿੱਚ ਜਿਹੜੀ ਵਿਧਵਾ ਹੁੰਦੀ ਸੀ, ਵਿਧਵਾ ਨੂੰ ਦੁਬਾਰਾ ਵਿਆਹ ਕਰਾਉਣ ਦੀ ਇਜਾਜ਼ਤ ਨਹੀਂ ਹੁੰਦੀ ਸੀਗੀ। ਇਸਤਰੀਆਂ ਨੂੰ ਭੋਗ ਵਿਲਾਸ ਦੀ ਵਸਤੂ ਸਮਝਿਆ ਜਾਂਦਾ ਸੀ, ਅਤੇ ਉਹਨਾਂ ਨੂੰ ਜਾਨਵਰਾਂ ਦੀ ਤਰ੍ਹਾਂ ਖਰੀਦਿਆ ਜਾਂ ਵੇਚਿਆ ਜਾ ਸਕਦਾ ਸੀਗਾ, ਠੀਕ ਆ। ਇਹਨਾਂ ਦੀ ਕੰਡੀਸ਼ਨ ਗਾਂਹ ਜਾ ਕੇ ਜਦੋਂ ਬ੍ਰਿਟਿਸ਼ ਸਾਮਰਾਜ ਆਇਆ ਉਦੋਂ ਥੋੜ੍ਹੀ ਜਿਹੀ ਮਤਲਬ ਸੁਧਰੀ ਆ। ਹਿੰਦੂਆਂ ਦਾ ਮੁੱਖ ਭੋਜਨ ਕੀ ਸੀਗਾ। ਹਿੰਦੂਆਂ ਦਾ ਭੋਜਨ ਜਿਹੜਾ ਸੀ ਸਾਦਾ ਹੁੰਦਾ ਸੀਗਾ। ਜ਼ਿਆਦਾਤਰ ਹਿੰਦੂ ਜਿਹੜੇ ਸੀ ਸ਼ਾਕਾਹਾਰੀ ਹੁੰਦੇ ਸਨ। ਉਹ ਕੀ ਸੀਗਾ, ਕਣਕ ਦੀ ਰੋਟੀ, ਖਿਚੜੀ, ਸਬਜ਼ੀਆਂ ਅਤੇ ਫਲਾਂ ਦੀ ਵਰਤੋਂ ਕਰਦੇ ਸਨ। ਹਿੰਦੂ ਆ ਜਿਹੜੇ ਮਾਂਸ, ਲਸਣ ਅਤੇ ਪਿਆਜ਼ ਦੀ ਵਰਤੋਂ ਨਹੀਂ ਕਰਦੇ ਸਨ। ਇਹ ਤੋਂ ਬਿਨਾਂ ਕੀ ਸੀਗਾ ਕਿ ਜਿਹੜੇ ਗਰੀਬ ਲੋਕ ਹੁੰਦੇ ਸੀਗੇ, ਠੀਕ ਆ, ਉਹ ਸਧਾਰਨ ਰੋਟੀ ਦੇ ਨਾਲ ਲੱਸੀ ਪੀ ਕੇ ਸੰਤੁਸ਼ਟ ਹੋ ਜਾਂਦੇ ਸੀਗੇ। ਹੁਣ ਇਹ ਹੈ ਕਿ ਹਿੰਦੂਆਂ ਦਾ ਪਹਿਰਾਵਾ ਕੀ ਸੀਗਾ। ਉਸ ਟਾਈਮ ਦੇ ਵਿੱਚ ਜਿਹੜੇ ਹਿੰਦੂ ਸੀ ਉਹਨਾਂ ਦਾ ਪਹਿਰਾਵਾ, ਲੋਕਾਂ ਦਾ ਪਹਿਰਾਵਾ ਬੜਾ ਸਾਦਾ ਹੁੰਦਾ ਸੀਗਾ। ਉਹ ਆਮ ਤੌਰ 'ਤੇ ਕੀ ਸੀ, ਸੂਤੀ ਕੱਪੜੇ ਪਾਉਂਦੇ ਸੀਗੇ, ਕਿਉਂਕਿ ਉਹ ਸਸਤੇ ਹੁੰਦੇ ਸੀਗੇ। ਅਤੇ ਪੁਰਸ਼ ਜਿਹੜੇ ਸੀਗੇ ਉਹ ਧੋਤੀ ਅਤੇ ਕਮੀਜ਼ ਪਹਿਨਦੇ ਸਨ। ਇਸਤਰੀਆਂ ਜਿਹੜੀਆਂ ਸੀ ਸਾੜੀ ਅਤੇ ਚੋਲੀ ਅਤੇ ਲਹਿੰਗਾ ਪਹਿਨਦੀਆਂ ਸਨ। ਗਰੀਬ ਲੋਕ ਜਿਹੜੇ ਸੀਗੇ ਚਾਦਰ ਨਾਲ ਆਪਣਾ ਸਰੀਰ ਢੱਕਦੇ ਸਨ। ਹਿੰਦੂ ਧਰਮ ਦੀ ਅਗਵਾਈ ਕੌਣ ਕਰਦੇ ਸਨ। ਬ੍ਰਾਹਮਣ ਜਿਹੜੇ ਸੀਗੇ ਉਹ ਹਿੰਦੂ ਧਰਮ ਦੀ ਅਗਵਾਈ ਕਰਦੇ ਸੀਗੇ। ਹਿੰਦੂ ਧਰਮ ਵਿੱਚ ਉਹੀ ਕੁਛ ਮੰਨਿਆ ਜਾਂਦਾ ਸੀ ਜਿਹੜਾ ਬ੍ਰਾਹਮਣ ਮਤਲਬ ਅਲਾਓ ਕਰ ਦਿੰਦੇ ਸੀਗੇ। 15ਵੀਂ 16ਵੀਂ ਸਦੀ ਵਿੱਚ ਬ੍ਰਾਹਮਣਾਂ ਦੀ ਸਥਿਤੀ ਕਿਹੋ ਜਿਹੀ ਸੀਗੀ।
ਜਿਹੜੇ ਬ੍ਰਾਹਮਣ ਸੀ ਨਾ ਅਸਲ ਵਿੱਚ ਉਹ ਆਪਣੀ ਮੰਜ਼ਿਲ ਤੋਂ ਭਟਕੇ ਹੋਏ ਸੀਗੇ। ਕਿਵੇਂ ਭਟਕੇ ਹੋਏ ਸੀ ਕਿ ਜ਼ਿਆਦਾ ਸਮਾਂ ਉਹ ਭੋਗ ਵਿਲਾਸ ਵਿੱਚ ਬਤੀਤ ਕਰ ਦਿੰਦੇ ਸੀਗੇ, ਠੀਕ ਆ। ਆਪਣੇ ਸ਼ਰਧਾਲੂਆਂ ਨੂੰ ਉਹ ਕੀ ਆ ਫਜ਼ੂਲ ਦੇ ਰੀਤੀ ਰਿਵਾਜ਼ਾਂ ਵਿੱਚ ਫਸਾ ਕੇ ਉਹਨਾਂ ਨੂੰ ਲੁੱਟਣ ਵਿੱਚ ਖੁਸ਼ੀ ਮਹਿਸੂਸ ਕਰਦੇ ਸਨ। ਇਹ ਤੋਂ ਬਿਨਾਂ ਕੀ ਸੀ ਵੀ ਜਿਹੜੇ ਹਿੰਦੂ ਜੋਗੀ ਸੀਗੇ ਉਹ ਵੀ ਭ੍ਰਿਸ਼ਟ ਹੋ ਗਏ ਸੀਗੇ ਅਤੇ ਆਚਰਣਹੀਨ ਹੋ ਚੁੱਕੇ ਸੀਗੇ ਉਸ ਟਾਈਮ ਦੇ ਵਿੱਚ। ਹੋਰ ਉਹਨਾਂ ਵਿੱਚ ਕੀ ਬੁਰਾਈਆਂ ਸੀ ਕਿ ਉਹ ਆਪ ਹਰ ਸਮੇਂ ਔਰਤਾਂ ਦੇ ਚੱਕਰ ਵਿੱਚ ਫਸੇ ਰਹਿੰਦੇ ਸਨ, ਪਰ ਲੋਕਾਂ ਨੂੰ ਉਹਨਾਂ ਤੋਂ ਦੂਰ ਰਹਿਣ ਦੀ ਦਹਾਈ ਦਿੰਦੇ ਸਨ। ਕੌਣ? ਜਿਹੜੇ ਜੋਗੀ ਹੁੰਦੇ ਸੀਗੇ, ਠੀਕ ਆ। ਆਪ ਤਾਂ ਕਹਿੰਦੇ ਸੀ ਕਿ ਸੰਨਿਆਸੀਆਂ ਵਾਲਾ ਜੀਵਨ ਬਤੀਤ ਕਰੋ, ਔਰਤਾਂ ਤੋਂ ਦੂਰ ਰਹੋ, ਪਰ ਅਸਲ ਵਿੱਚ ਆਪ ਕੀ ਸੀ, ਔਰਤਾਂ ਦੇ ਆਲੇ ਦੁਆਲੇ ਚੱਕਰ ਕੱਟਦੇ ਰਹਿੰਦੇ ਸੀਗੇ। ਫਿਰ ਹੈ ਕਿ ਹਿੰਦੂ ਸੰਨਿਆਸੀਆਂ ਅਤੇ ਬੈਰਾਗੀਆਂ ਦਾ ਵੀ ਇਹੋ ਜਿਹਾ ਹੀ ਹਾਲ ਹੋਇਆ ਸੀਗਾ ਉਸ ਟਾਈਮ ਦੇ ਵਿੱਚ। ਹਿੰਦੂ ਲੋਕ ਕਿਸ ਦੀ ਪੂਜਾ ਕਰਨ ਲੱਗੇ ਸਨ? ਹੁਣ ਜਿਹੜੇ 15ਵੀਂ 16ਵੀਂ ਸਦੀ ਦੇ ਹਿੰਦੂ ਲੋਕ ਸੀ ਉਹ ਕਿਹਦੀ ਪੂਜਾ ਕਰਦੇ ਸੀਗੇ? ਲੋਕਾਂ ਨੇ ਇੱਕ ਪਰਮਾਤਮਾ ਦੀ ਪੂਜਾ ਨੂੰ ਭੁੱਲ ਕੇ ਅਣਗਿਣਤ ਦੇਵੀ ਦੇਵਤਿਆਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਸੀਗੀ। ਹਰ ਘਰ ਦਾ ਜਿਹੜਾ ਸੀ ਆਪਣਾ ਵੱਖਰਾ ਦੇਵਤਾ ਹੁੰਦਾ ਸੀਗਾ। ਲੋਕ ਕਬਰਾਂ ਦੀ, ਰੁੱਖਾਂ ਦੀ, ਪੱਥਰਾਂ ਅਤੇ ਸੱਪਾਂ ਦੀ ਵੀ ਪੂਜਾ ਕਰਦੇ ਸੀਗੇ ਉਸ ਟਾਈਮ ਦੇ ਵਿੱਚ। ਇਹ ਤੋਂ ਬਿਨਾਂ ਕੀ ਸੀਗਾ ਕਿ ਜਿਹੜੇ ਸ਼ੂਦਰ ਹੁੰਦੇ ਸੀਗੇ ਉਹਨਾਂ ਨੂੰ ਮੰਦਰਾਂ ਵਿੱਚ ਜਾਣ ਦੀ ਇਜਾਜ਼ਤ ਨਹੀਂ ਹੁੰਦੀ ਸੀਗੀ। ਸਾਰੀ ਉਮਰ ਪਾਪ ਕਰਨ ਤੋਂ ਬਾਅਦ ਗੰਗਾ ਵਿੱਚ ਕੀ ਸੀਗਾ ਡੁਬਕੀ ਲਗਾ ਲੈਂਦੇ ਸੀ ਲੋਕ, ਅਤੇ ਸਮਝਦੇ ਸੀ ਵੀ ਹੁਣ ਉਹਨਾਂ ਦੇ ਪਾਪ ਆ ਜਿਹੜੇ ਉਹ ਧੋਤੇ ਗਏ। ਇਹ ਜਿਹੜੇ ਸਾਰੇ ਹਿੰਦੂਆਂ ਦੇ ਵਿੱਚ ਵਹਿਮ ਭਰਮ ਫੈਲੇ ਹੋਏ ਸੀਗੇ। ਹਿੰਦੂ ਆਪਣੇ ਧਰਮ ਦੇ ਕਿਹੜੇ ਚਿੰਨ੍ਹ ਧਾਰਨ ਕਰਦੇ ਸਨ? ਇੱਕ ਤਾਂ ਹਿੰਦੂ ਜਿਹੜੇ ਸੀਗੇ ਜਨੇਊ ਪਾਉਂਦੇ ਸੀਗੇ ਅਤੇ ਮੱਥੇ 'ਤੇ ਟਿੱਕਾ ਲਗਾਉਂਦੇ ਸਨ। ਮੁਸਲਮਾਨਾਂ ਦੀ ਧਾਰਮਿਕ ਹਾਲਤ ਕਿਹੋ ਜਿਹੀ ਸੀਗੀ? ਹੁਣ ਜਿਹੜੇ 15ਵੀਂ 16ਵੀਂ ਸਦੀ ਵਿੱਚ ਮੁਸਲਮਾਨ ਸੀ ਉਹਨਾਂ ਦੇ ਧਰਮ ਦੀ ਕੰਡੀਸ਼ਨ ਕਿਹੋ ਜਿਹੀ ਸੀ? ਧਾਰਮਿਕ ਆਗੂ ਜਿਹੜੇ ਸੀਗੇ ਉਹ ਚਰਿੱਤਰਹੀਣ ਹੋ ਚੁੱਕੇ ਸਨ। ਇੱਕ ਅੱਲਾ ਦੀ ਬਜਾਏ ਕਈ ਪੀਰਾਂ ਫਕੀਰਾਂ, ਕਬਰਾਂ ਅਤੇ ਖਾਨਾਗਾਹਾਂ ਦੀ ਪੂਜਾ ਕਰਨੀ ਮਤਲਬ ਉਹਨਾਂ ਨੇ ਵੀ ਸ਼ੁਰੂ ਕਰਤੀ ਸੀਗੀ, ਠੀਕ ਹੈ। ਫਿਰ ਸ਼ਰਾਬ ਦੇ ਵਿੱਚ ਡੁੱਬੇ ਰਹਿੰਦੇ ਸੀਗੇ ਉਹ, ਭੋਗ ਵਿਲਾਸ ਦਾ ਜੀਵਨ ਬਤੀਤ ਕਰਦੇ ਸੀਗੇ। ਨਾਚ ਗਾਣੇ ਦੀਆਂ ਮਹਿਫਲਾਂ ਜਿਹੜੀਆਂ ਸੀ ਚੱਲਦੀਆਂ ਰਹਿੰਦੀਆਂ ਸੀਗੀਆਂ। ਇਹ ਤੋਂ ਬਿਨਾਂ ਕੀ ਸੀ ਵੀ ਹਾਲਾਂਕਿ ਇਹਨਾਂ ਚੀਜ਼ਾਂ ਨੂੰ ਵਿੱਚ ਕੀ ਆ ਕਿ ਕੁਰਾਨ ਸ਼ਰੀਫ ਆ ਜਿਹੜਾ ਉਹਨਾਂ ਦਾ ਧਾਰਮਿਕ ਗ੍ਰੰਥ ਆ ਮੁਸਲਮਾਨਾਂ ਦਾ, ਉਹਦੇ ਵਿੱਚ ਉੱਪਰਲੀਆਂ ਜਿੰਨੀਆਂ ਵੀ ਕੰਡੀਸ਼ਨਸ ਮੈਂ ਤੁਹਾਨੂੰ ਦੱਸੀਆਂ ਨੇ ਵੀ ਉਹ ਫੋਲੋ ਕਰਦੇ ਸੀ, ਉਹਨਾਂ ਸਾਰਿਆਂ ਦੀ ਮਨਾਹੀ ਕੀਤੀ ਹੋਈ ਆ। ਮੁਸਲਮਾਨ ਹਿੰਦੂਆਂ ਨੂੰ ਕੀ ਸਮਝਦੇ ਸਨ? ਕਾਫਿਰ ਸਮਝਦੇ ਸਨ। ਮੁਸਲਮਾਨ ਕੀ ਸੀ? ਹਿੰਦੂਆਂ ਨੂੰ ਕਾਫਿਰ ਸਮਝਦੇ ਸੀਗੇ। ਹਿੰਦੂ ਮੁਸਲਮਾਨਾਂ ਨੂੰ ਕੀ ਸਮਝਦੇ ਸਨ? ਅਤੇ ਹਿੰਦੂ ਜਿਹੜੇ ਹੁੰਦੇ ਸੀ ਮੁਸਲਮਾਨਾਂ ਨੂੰ ਮਲੇਛ ਸਮਝਦੇ ਸੀਗੇ। ਇਹ ਯਾਦ ਰੱਖਣਾ। ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ? ਫਿਰ ਦੇਖੋ ਇਹਨਾਂ ਕੰਡੀਸ਼ਨਸ ਦੇ ਵਿੱਚ ਜਿਵੇਂ ਦੁਨੀਆ ਨੂੰ ਤਾਰਨ ਦੇ ਲਈ ਕਿਹਦਾ ਜਨਮ ਹੋਇਆ? ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ। ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ? ਉਹਨਾਂ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਹੋਇਆ। ਪਰ ਆਪਾਂ ਕੀ ਹੈ ਕਿ ਇਹਨੂੰ ਕਦੋਂ ਮਨਾਉਂਦੇ ਹਾਂ? ਕੱਤਕ ਦੀ ਪੂਰਨਮਾਸ਼ੀ ਨੂੰ ਮਨਾਉਂਦੇ ਹਾਂ। ਗੁਰੂ ਨਾਨਕ ਦੇਵ ਜੀ ਦਾ ਜਨਮ ਦਿਹਾੜਾ ਕਦੋਂ ਮਨਾਇਆ ਜਾਂਦਾ ਹੈ? ਕੱਤਕ ਦੀ ਪੂਰਨਮਾਸ਼ੀ ਨੂੰ, ਅਕਤੂਬਰ ਜਾਂ ਨਵੰਬਰ ਦੇ ਮਹੀਨੇ ਦੇ ਵਿੱਚ, ਠੀਕ ਆ। ਜਿਵੇਂ ਹੁਣ ਵੀ ਜਿਹੜਾ ਹੈਗਾ ਥੋੜ੍ਹੇ ਦਿਨਾਂ ਤੱਕ ਉਹਨਾਂ ਦਾ ਜਿਹੜਾ ਹੈਗਾ ਬਰਥ ਆ, ਜਿਵੇਂ ਮੇ ਵੀ ਸ਼ਾਇਦ ਕੱਲ੍ਹ ਨਹੀਂ ਸੈਲੀਬਰੇਟ ਕਰਨਾ ਉਹਨਾਂ ਦਾ ਬਰਥ, ਠੀਕ ਹੈ। ਹੁਣ ਕਈ ਵਾਰ ਮਤਲਬ ਕਈ ਨੂੰ ਇਹਦੇ ਵਿੱਚ ਕਨਫਿਊਜ਼ਨ ਹੋਊਗੀ ਕਿ ਉਹਨਾਂ ਦਾ ਬਰਥ ਜਿਹੜਾ ਕੱਤਕ ਦੇ ਮਹੀਨੇ ਕਿਉਂ ਸੈਲੀਬਰੇਟ ਕੀਤਾ ਜਾਂਦਾ, ਕਿਉਂਕਿ ਉਸ ਟਾਈਮ ਲੋਕਾਂ ਵਿੱਚ ਵਹਿਮ ਹੁੰਦਾ ਸੀ ਕਿ ਕੱਤਕ ਦੇ ਮਹੀਨੇ ਵਿੱਚ ਜਿਹੜਾ ਬੱਚਾ ਪੈਦਾ ਹੁੰਦਾ ਵਾ ਉਹਦਾ ਮਤਲਬ ਅਪਸ਼ਗਨ ਸਮਝਿਆ ਜਾਂਦਾ ਵਾ, ਉਹ ਸ਼ੁਭ ਹੁੰਦਾ ਵਾ। ਇਸੇ ਜਿਹੜਾ ਵਹਿਮ ਭਰਮ ਨੂੰ ਦੂਰ ਕਰਨ ਦੇ ਲਈ ਗੁਰੂ ਜੀ ਨੇ ਕਿਹਾ ਸੀ ਕਿ ਮੇਰਾ ਜਿਹੜਾ ਜਨਮ ਆ ਉਹ ਕੱਤਕ ਦੇ ਮਹੀਨੇ ਵਿੱਚ ਹੀ ਮਨਾਇਆ ਜਾਵੇ। ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ? ਰਾਏ ਭੋਏ ਦੀ ਤਲਵੰਡੀ ਵਿੱਚ ਹੋਇਆ ਸੀ, ਜੋ ਕਿ ਅੱਜ ਕੱਲ੍ਹ ਪਾਕਿਸਤਾਨ ਦੇ ਵਿੱਚ ਆ। ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਨੂੰ ਹੋਰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ? ਨਨਕਾਣਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਵਾ। ਗੁਰੂ ਨਾਨਕ ਦੇਵ ਜੀ ਦੀ ਮਾਤਾ ਜੀ ਦਾ ਕੀ ਨਾਮ ਸੀ? ਤ੍ਰਿਪਤਾ ਜੀ। ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਦਾ ਕੀ ਨਾਮ ਸੀ? ਮਹਿਤਾ ਕਾਲੂ ਜੀ। ਗੁਰੂ ਨਾਨਕ ਦੇਵ ਜੀ ਦੇ ਪਿਤਾ ਜੀ ਕੀ ਕੰਮ ਕਰਦੇ ਸਨ? ਉਹ ਇੱਕ ਪਟਵਾਰੀ ਸਨ। ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿੰਨੇ ਸਾਲ ਦੀ ਉਮਰ ਵਿੱਚ ਹੋਇਆ? 14 ਸਾਲ ਦੀ ਉਮਰ ਦੇ ਵਿੱਚ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋ ਗਿਆ ਸੀ। ਗੁਰੂ ਨਾਨਕ ਦੇਵ ਜੀ ਦਾ ਵਿਆਹ ਕਿਸ ਨਾਲ ਹੋਇਆ? ਬਟਾਲਾ, ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਬਟਾਲਾ ਨਾਂ ਦੀ ਇੱਕ ਜਗ੍ਹਾ ਵਾ, ਉੱਥੋਂ ਦਾ ਮੂਲ ਚੰਦ ਸੀਗਾ। ਮੂਲ ਚੰਦ ਖੱਤਰੀ ਸੀਗਾ, ਉਹਨਾਂ ਦੀ ਪੁੱਤਰੀ ਬੀਬੀ ਸੁਲੱਖਣੀ ਜੀ ਦੇ ਨਾਲ ਗੁਰੂ ਨਾਨਕ ਦੇਵ ਜੀ ਦਾ ਵਿਆਹ ਹੋਇਆ ਸੀ। ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 2 ਪੁੱਤਰਾਂ ਦੇ ਨਾਂ ਦੱਸੋ? ਉਹਨਾਂ ਦੇ 2 ਪੁੱਤਰ ਸੀਗੇ, ਸ਼੍ਰੀ ਚੰਦ ਜੀ ਅਤੇ ਲਖਮੀ ਦਾਸ ਜੀ। ਜਿਹੜੇ ਸ਼੍ਰੀ ਚੰਦ ਸੀ ਅੱਗੇ ਜਾ ਕੇ ਇਹੀ ਉਦਾਸੀ ਮੱਤ ਦੇ ਜਿਹੜੇ ਸੀ ਮੋਢੀ ਬਣੇ ਸੀਗੇ। ਗੁਰੂ ਨਾਨਕ ਦੇਵ ਜੀ ਨੂੰ ਵਪਾਰ ਕਰਨ ਲਈ ਕਿੱਥੇ ਭੇਜਿਆ ਗਿਆ? ਚੂਹੜਕਾਣੇ ਨਗਰ ਦੇ ਵਿੱਚ ਉਹਨਾਂ ਨੂੰ ਵਪਾਰ ਕਰਨ ਦੇ ਲਈ ਭੇਜਿਆ ਗਿਆ ਸੀਗਾ। ਗੁਰੂ ਨਾਨਕ ਦੇਵ ਜੀ ਨੂੰ ਸੁਲਤਾਨਪੁਰ ਲੋਧੀ ਕਿਸ ਕੋਲ ਭੇਜ ਦਿੱਤਾ ਗਿਆ? ਭੈਣ ਨਾਨਕੀ ਅਤੇ ਜੀਜਾ ਜੈ ਰਾਮ ਦੇ ਕੋਲ ਉਹਨਾਂ ਨੂੰ ਭੇਜ ਦਿੱਤਾ ਗਿਆ ਸੀਗਾ। ਗੁਰੂ ਨਾਨਕ ਦੇਵ ਜੀ ਨੇ ਸੁਲਤਾਨਪੁਰ ਜਾ ਕੇ ਕਿੱਥੇ ਨੌਕਰੀ ਕੀਤੀ?
ਸੁਲਤਾਨਪੁਰ ਵਿੱਚ ਜਾ ਕੇ ਉਹਨਾਂ ਨੇ ਉਸ ਸਮੇਂ ਦਾ ਜਿਹੜਾ ਮੁਗਲ ਗਵਰਨਰ ਸੀਗਾ, ਠੀਕ ਹੈ, ਸੁਲਤਾਨਪੁਰ ਲੋਧੀ ਦਾ ਉਹ ਸੀਗਾ ਦੌਲਤ ਖਾਂ ਲੋਧੀ। ਦੌਲਤ ਖਾਂ ਲੋਧੀ ਦੇ ਮੋਦੀਖਾਨੇ ਵਿੱਚ ਉਹਨਾਂ ਨੇ ਨੌਕਰੀ ਕੀਤੀ, ਕਿਉਂਕਿ ਜਿਹੜੇ ਲੋਧੀ ਸੁਲਤਾਨ ਸੀਗੇ ਨਾ, ਮਤਲਬ ਲੋਧੀ ਸ਼ਾਸਕ ਜਿਹੜੇ ਸੀਗੇ ਦਿੱਲੀ ਸਲਤਨਤ ਦੇ, ਉਹ ਗੁਰੂ ਨਾਨਕ ਦੇਵ ਜੀ ਦੇ ਸਮਕਾਲੀ ਸੀਗੇ। ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦਾ ਸੂਬੇਦਾਰ ਕੌਣ ਸੀਗਾ? ਦੌਲਤ ਖਾਂ ਲੋਧੀ ਜਿਹੜਾ ਸੀਗਾ ਗੁਰੂ ਨਾਨਕ ਦੇਵ ਜੀ ਦੇ ਸਮੇਂ ਪੰਜਾਬ ਦਾ ਸੂਬੇਦਾਰ ਸੀਗਾ, ਅਤੇ ਸੁਲਤਾਨਪੁਰ ਵੀ ਉਸ ਸਮੇਂ ਪੰਜਾਬ ਦੇ ਵਿੱਚ ਹੀ ਸੀਗਾ। ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਦੋਂ ਹੋਈ? 1499 ਈਸਵੀ ਦੇ ਵਿੱਚ। ਸੁਲਤਾਨਪੁਰ ਵਿਖੇ ਗੁਰੂ ਨਾਨਕ ਦੇਵ ਜੀ ਕਿਹੜੀ ਨਦੀ ਵਿੱਚ ਇਸ਼ਨਾਨ ਕਰਨ ਜਾਂਦੇ ਸਨ? ਵੇਈ ਨਦੀ ਦੇ ਵਿੱਚ ਇਸ਼ਨਾਨ ਕਰਨ ਜਾਂਦੇ ਸਨ। ਗੁਰੂ ਨਾਨਕ ਦੇਵ ਜੀ ਨੂੰ ਗਿਆਨ ਦੀ ਪ੍ਰਾਪਤੀ ਕਿੱਥੇ ਹੋਈ? ਵੇਈ ਨਦੀ ਦੇ ਕੰਢੇ ਬਣੇ ਜੰਗਲਾਂ ਦੇ ਵਿੱਚ। ਵੇਈ ਨਦੀ ਦੇ ਕੰਢੇ 'ਤੇ ਕਿਹੜਾ ਗੁਰਦੁਆਰਾ ਬਣਿਆ ਹੋਇਆ ਹੈ? ਗੁਰਦੁਆਰਾ ਤਪ ਅਸਥਾਨ ਨਾਂ ਦਾ ਗੁਰਦੁਆਰਾ ਬਣਿਆ ਹੋਇਆ ਵਾ, ਜਿੱਥੇ ਗੁਰੂ ਨਾਨਕ ਦੇਵ ਜੀ ਨੇ ਭਗਤੀ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੂੰ ਕਿੰਨੇ ਸਾਲ ਦੀ ਉਮਰ ਵਿੱਚ ਗਿਆਨ ਦੀ ਪ੍ਰਾਪਤੀ ਹੋਈ? 30 ਸਾਲਾਂ ਦੀ ਉਮਰ ਦੇ ਵਿੱਚ। ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹੜੇ ਸ਼ਬਦ ਕਹੇ? ਦੇਖੋ, ਜਦੋਂ ਉਹਨਾਂ ਨੂੰ ਗਿਆਨ ਪ੍ਰਾਪਤੀ ਹੋਈ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਕਿਹੜੇ ਸ਼ਬਦ ਫਰਮਾਏ? ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ। ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣਾ ਅਗਲਾ ਜੀਵਨ ਕਿਵੇਂ ਬਤੀਤ ਕੀਤਾ? ਉਹਨਾਂ ਨੇ ਹੁਣ ਕੀ ਕੀਤਾ ਕਿ ਮੋਦੀਖਾਨੇ ਦੀ ਨੌਕਰੀ ਛੱਡ ਦਿੱਤੀ ਅਤੇ ਆਪਣਾ ਅਗਲਾ ਜੀਵਨ ਲੋਕਾਂ ਦੀ ਭਲਾਈ ਲਈ ਅਤੇ ਗਿਆਨ ਅਤੇ ਪ੍ਰਚਾਰ ਦੇ ਵਿੱਚ ਬਤੀਤ ਕੀਤਾ। ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਸਭ ਤੋਂ ਪਹਿਲਾਂ ਕਿਹੜੇ ਸ਼ਬਦ ਕਹੇ? ਨਾ ਕੋਈ ਹਿੰਦੂ, ਨਾ ਕੋਈ ਮੁਸਲਮਾਨ। ਗਿਆਨ ਪ੍ਰਾਪਤੀ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਨੇ ਆਪਣਾ ਅਗਲਾ ਜੀਵਨ ਕਿਵੇਂ ਬਤੀਤ ਕੀਤਾ? ਇਹ 2 ਕੁਐਸਚਨ ਰਿਪੀਟ ਹੋ ਗਏ, ਚਲੋ ਫਿਰ ਵੀ ਪੜ੍ਹ ਲੈਂਦੇ ਹਾਂ। ਉਹਨਾਂ ਨੇ ਮੋਦੀਖਾਨੇ ਦੀ ਨੌਕਰੀ ਛੱਡਤੀ ਸੀਗੀ ਅਤੇ ਅਗਲਾ ਜੀਵਨ ਕੀ ਸੀਗਾ? ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ ਅਤੇ ਲੋਕਾਂ ਦੇ ਵਿੱਚ ਕੀ ਸੀਗਾ? ਗਿਆਨ ਦਾ ਪ੍ਰਚਾਰ ਕੀਤਾ ਸੀਗਾ। ਗੁਰੂ ਨਾਨਕ ਦੇਵ ਜੀ ਦੀਆਂ ਯਾਤਰਾਵਾਂ ਨੂੰ ਕੀ ਕਿਹਾ ਜਾਂਦਾ ਹੈ? ਉਦਾਸੀਆਂ। ਉਦਾਸੀਆਂ ਕਿਹਾ ਜਾਂਦਾ ਉਹਨਾਂ ਦੀਆਂ ਯਾਤਰਾਵਾਂ ਨੂੰ। ਗੁਰੂ ਨਾਨਕ ਦੇਵ ਜੀ ਨੇ ਕਿੰਨੇ ਵਰ੍ਹੇ ਯਾਤਰਾਵਾਂ ਕੀਤੀਆਂ? ਉਹਨਾਂ ਨੇ ਆਪਣੇ ਜੀਵਨ ਕਾਲ ਵਿੱਚ 21 ਵਰ੍ਹੇ ਆ ਜਿਹੜੀਆਂ ਯਾਤਰਾਵਾਂ ਜਾਂ ਉਦਾਸੀਆਂ ਕੀਤੀਆਂ, ਅਤੇ ਥਾਂ ਥਾਂ 'ਤੇ ਜਾ ਕੇ ਲੋਕਾਂ ਨੂੰ ਕੀ ਆ? ਉਪਦੇਸ਼ ਦਿੱਤੇ, ਠੀਕ ਆ, ਗਿਆਨ ਦਿੱਤਾ, ਅਤੇ ਉਹਨਾਂ ਦੇ ਵਹਿਮ ਭਰਮ ਜਿਹੜੇ ਫੈਲੇ ਹੋਏ ਸੀ ਲੋਕਾਂ ਵਿੱਚ, ਉਹਨਾਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕੀਤੀ। ਗੁਰੂ ਨਾਨਕ ਦੇਵ ਜੀ ਨੇ ਕਿੰਨਾ ਸਮਾਂ ਦੇਸ਼ ਵਿਦੇਸ਼ ਦੀਆਂ ਯਾਤਰਾਵਾਂ ਕੀਤੀਆਂ? 1499 ਤੋਂ ਲੈ ਕੇ 1512 ਈਸਵੀ ਦੇ ਤੱਕ ਜਿਹੜੇ ਸੀ ਉਹਨਾਂ ਨੇ ਯਾਤਰਾਵਾਂ ਕੀਤੀਆਂ ਸੀਗੀਆਂ। ਗੁਰੂ ਨਾਨਕ ਦੇਵ ਜੀ ਭਾਰਤ ਤੋਂ ਬਾਹਰ ਕਿਹੜੇ ਕਿਹੜੇ ਥਾਵਾਂ 'ਤੇ ਗਏ? ਭਾਰਤ ਤੋਂ ਬਾਹਰ ਉਹ ਮੱਕਾ, ਮਦੀਨਾ, ਬਗਦਾਦ, ਲੰਕਾ ਅਤੇ ਹੋਰ ਵੀ ਬਹੁਤ ਸਾਰੇ ਥਾਵਾਂ 'ਤੇ ਗਏ ਆ। ਜੇ ਇਹਨਾਂ ਬਾਰੇ ਡਿਟੇਲ 'ਚ ਤੁਸੀਂ ਦੇਖਣਾ ਤਾਂ ਤੁਸੀਂ 9th ਕਲਾਸ ਦਾ ਅਤੇ 10th ਕਲਾਸ ਦਾ ਗੁਰੂ ਨਾਨਕ ਦੇਵ ਜੀ ਬਾਰੇ ਸਪੈਸ਼ਲ ਜਿਹੜਾ ਟੌਪਿਕ ਬਣਿਆ ਹੋਇਆ ਉਹ ਦੇਖ ਸਕਦੇ ਹੋ, ਕੁਐਸਚਨ ਸੀਰੀਜ਼ ਤੁਸੀਂ। ਗੁਰੂ ਨਾਨਕ ਦੇਵ ਜੀ ਅਨੁਸਾਰ ਮੁਕਤੀ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਕੀ ਹੈ? ਮਾਇਆ ਵਾ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਅਨੁਸਾਰ ਮੁਕਤੀ ਦੇ ਰਸਤੇ ਵਿੱਚ ਸਭ ਤੋਂ ਵੱਡੀ ਰੁਕਾਵਟ ਮੰਨੀ ਗਈ ਆ। ਅੱਗੇ ਹੈ, ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖ ਨੇ ਸਭ ਤੋਂ ਵੱਡੇ ਦੁਸ਼ਮਣ ਕਿਹੜੇ ਹਨ? ਮਨੁੱਖ ਦੇ ਸਭ ਤੋਂ ਵੱਡੇ ਗੁਰੂ ਨਾਨਕ ਦੇਵ ਜੀ ਨੇ 5 ਦੁਸ਼ਮਣ ਦੱਸੇ ਆ। ਕਿਹੜੇ ਕਿਹੜੇ ਆ ਉਹ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਠੀਕ ਹੈ, ਕਾਮ, ਕ੍ਰੋਧ, ਮੋਹ, ਲੋਭ, ਹੰਕਾਰ ਮਨੁੱਖ ਦੇ 5 ਜਿਹੜੇ ਆ ਇਹ ਦੁਸ਼ਮਣ ਦੱਸੇ ਗਏ ਆ। ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ 2 ਸੰਸਥਾਵਾਂ ਸਥਾਪਿਤ ਕੀਤੀਆਂ? ਸੰਗਤ ਅਤੇ ਪੰਗਤ ਨਾਂ ਦੀਆਂ 2 ਸੰਸਥਾਵਾਂ ਨੇ ਜਿਹੜੀਆਂ ਗੁਰੂ ਨਾਨਕ ਦੇਵ ਜੀ ਨੇ ਸਥਾਪਿਤ ਕੀਤੀਆਂ। ਗੁਰੂ ਨਾਨਕ ਦੇਵ ਜੀ ਅਨੁਸਾਰ ਪਰਮਾਤਮਾ ਦੇ ਕਿੰਨੇ ਰੂਪ ਹਨ? ਗੁਰੂ ਨਾਨਕ ਦੇਵ ਜੀ ਦੇ ਅਕੋਰਡਿੰਗ ਪਰਮਾਤਮਾ ਦੇ 2 ਰੂਪ ਨੇ। ਕਿਹੜੇ ਕਿਹੜੇ? ਨਿਰਗੁਣ ਅਤੇ ਸਰਗੁਣ। ਗੁਰੂ ਨਾਨਕ ਦੇਵ ਜੀ ਅਨੁਸਾਰ ਮਨੁੱਖ ਦੇ ਜੀਵਨ ਦਾ ਉੱਚਤਮ ਉਦੇਸ਼ ਕੀ ਹੈ? ਹੁਣ ਮਨੁੱਖ ਦੇ ਜੀਵਨ ਦਾ ਉਦੇਸ਼ ਕੀ ਆ? ਕਿ ਸੱਚਖੰਡ ਵਿੱਚ ਪਹੁੰਚਣਾ ਅਤੇ ਮੁਕਤੀ ਪ੍ਰਾਪਤ ਕਰਨਾ। ਗੁਰੂ ਜੀ ਅਨੁਸਾਰ ਮੁਕਤੀ ਪ੍ਰਾਪਤੀ ਲਈ ਮਨੁੱਖ ਨੂੰ ਕਿਹੜੇ ਯਤਨ ਕਰਨੇ ਚਾਹੀਦੇ ਹਨ? ਨਾਮ ਸਿਮਰਨ ਅਤੇ ਸ਼ਬਦ ਦੀ ਆਰਾਧਨਾ ਕਰਨੀ ਚਾਹੀਦੀ ਆ। ਗੁਰੂ ਦਾ ਮਹੱਤਵ ਆ ਜਿਹੜਾ ਉਹ ਪਤਾ ਹੋਣਾ ਚਾਹੀਦਾ ਵਾ, ਅਤੇ ਨਾਲ ਹੀ ਕੀ ਆ? ਉੱਚਾ ਆਚਰਨ ਹੋਣਾ ਚਾਹੀਦਾ ਵਾ। ਉਦਾਸੀ ਮਤ ਦਾ ਸੰਸਥਾਪਕ ਕੌਣ ਸੀ? ਬਾਬਾ ਸ਼੍ਰੀ ਚੰਦ ਜੀ। ਗੁਰੂ ਨਾਨਕ ਦੇਵ ਜੀ ਦੇ ਜਿਹੜੇ ਵੱਡੇ ਪੁੱਤਰ ਸੀ ਉਹ ਉਦਾਸੀ ਮਤ ਦੇ ਸੰਸਥਾਪਕ ਸੀਗੇ। ਗੁਰੂ ਨਾਨਕ ਦੇਵ ਜੀ ਨੇ ਕਿਹੜਾ ਨਗਰ ਵਸਾਇਆ? ਕਰਤਾਰਪੁਰ ਨਗਰ ਗੁਰੂ ਨਾਨਕ ਦੇਵ ਜੀ ਨੇ ਵਸਾਇਆ, ਅਤੇ ਇੱਥੇ ਉਹਨਾਂ ਨੇ ਆਪਣਾ ਜਿਹੜਾ ਜੀਵਨ ਦਾ ਆਖਰੀ ਸਮਾਂ ਸੀਗਾ ਉਹ ਬਤੀਤ ਕੀਤਾ ਸੀਗਾ। ਅੱਗੇ ਹੈ, ਗੁਰੂ ਨਾਨਕ ਦੇਵ ਜੀ ਨੇ ਕਰਤਾਰਪੁਰ ਦੀ ਨੀਂਹ ਕਦੋਂ ਰੱਖੀ? ਕਰਤਾਰਪੁਰ ਦੀ ਨੀਂਹ ਉਹਨਾਂ ਨੇ 1521 ਈਸਵੀ ਦੇ ਵਿੱਚ ਰੱਖੀ ਆ। ਕਰਤਾਰਪੁਰ ਕਿਹੜੀ ਨਦੀ ਦੇ ਕੰਢੇ 'ਤੇ ਵਸਾਇਆ ਗਿਆ ਵਾ? ਅਤੇ ਕਰਤਾਰਪੁਰ ਸ਼ਹਿਰ ਆ ਜਿਹੜਾ ਉਹ ਰਾਵੀ ਨਦੀ ਦੇ ਕੰਢੇ 'ਤੇ ਵਸਾਇਆ ਗਿਆ ਵਾ। ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦਾ ਬਾਕੀ ਸਮਾਂ ਕਿੱਥੇ ਬਤੀਤ ਕੀਤਾ? ਕਰਤਾਰਪੁਰ ਵਿਖੇ।
ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਨੇ ਕਿਹੜੀਆਂ ਪ੍ਰਥਾਵਾਂ ਸ਼ੁਰੂ ਕੀਤੀਆਂ? ਸੰਗਤ ਤੇ ਪੰਗਤ ਨਾਂ ਦੀਆਂ ਦੋਨੇ ਪ੍ਰਥਾਵਾਂ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀਆਂ। ਗੁਰੂ ਨਾਨਕ ਦੇਵ ਜੀ ਕਦੋਂ ਅਤੇ ਕਿੱਥੇ ਜੋਤੀ ਜੋਤ ਸਮਾਏ? 22 ਸਤੰਬਰ 1539 ਈਸਵੀ ਨੂੰ ਕਰਤਾਰਪੁਰ ਵਿਖੇ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਸੀਗੇ। ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਸਰੂਪ ਕਿਹੋ ਜਿਹਾ ਦੱਸਿਆ? ਉਹਨਾਂ ਦੇ ਅਕੋਰਡਿੰਗ ਕੀ ਹੈ ਕਿ ਪਰਮਾਤਮਾ ਵਾ ਜਿਹੜਾ ਉਹ ਇੱਕ ਆ, ਠੀਕ ਆ, ਸਾਰਿਆਂ ਵਿੱਚ ਇੱਕ ਜੋਤ ਆ। ਇਹ ਨਹੀਂ ਹੈਗਾ ਕਿ ਅਲੱਗ-ਅਲੱਗ ਮੂਰਤੀ ਪੂਜਾ ਕਰੋ, ਠੀਕ ਆ, ਜਾਂ ਅਲੱਗ-ਅਲੱਗ ਦੇਵੀ ਦੇਵਤਿਆਂ ਦੀ ਪੂਜਾ ਕਰੋ, ਕਿਉਂਕਿ ਸਾਰੇ ਜਿਹੜੇ ਪਰਮਾਤਮਾ ਦਾ ਰੂਪ ਆ ਉਹ ਇੱਕੋ ਹੀ ਆ, ਨਿਰੰਕਾਰ ਇੱਕ ਹੀ ਆ। ਫਿਰ ਉਹ ਕਹਿੰਦਾ ਪਰਮਾਤਮਾ ਨਿਰਗੁਣ ਵੀ ਆ ਅਤੇ ਪਰਮਾਤਮਾ ਸਰਗੁਣ ਵੀ ਆ। ਪਰਮਾਤਮਾ ਵਾ ਜਿਹੜਾ ਉਹ ਸਰਬ ਸ਼ਕਤੀਮਾਨ ਆ, ਠੀਕ ਆ, ਅਤੇ ਹਮੇਸ਼ਾ ਅਤੇ ਹਰ ਜਗ੍ਹਾ ਰਹਿਣ ਵਾਲਾ ਵਾ, ਉਹ ਨਿਰੰਕਾਰ ਅਤੇ ਸਰਬ ਵਿਆਪਕ ਆ। ਇਹ ਤੋਂ ਬਿਨਾਂ ਪਰਮਾਤਮਾ ਦੀ ਜਿਹੜੀ ਮਹਾਨਤਾ ਵਾ ਉਹ ਅਪਰੰਪਾਰ ਆ, ਉਹਦਾ ਕੋਈ ਅੰਤ ਨਹੀਂ ਪਾਇਆ ਜਾ ਸਕਦਾ। ਗੁਰੂ ਨਾਨਕ ਦੇਵ ਜੀ ਨੇ ਮਨਮੁਖ ਵਿਅਕਤੀ ਦਾ ਸਰੂਪ ਕੀ ਦੱਸਿਆ? ਗੁਰੂ ਨਾਨਕ ਦੇਵ ਜੀ ਦੇ ਅਕੋਰਡਿੰਗ ਕਹਿੰਦੇ ਜਿਹੜਾ ਮਨਮੁਖ ਵਿਅਕਤੀ ਹੁੰਦਾ ਵਾ ਉਹਦੇ ਵਿੱਚ ਕੀ ਗੁਣ ਪਾਏ ਜਾਂਦੇ ਆ? ਇੱਕ ਤਾਂ ਉਹਨੂੰ ਮਾਇਆ ਦੇ ਨਾਲ ਬਹੁਤ ਪਿਆਰ ਹੁੰਦਾ, ਪੈਸੇ ਨਾਲ, ਧਨ ਦੌਲਤ ਨਾਲ, ਠੀਕ ਆ। ਦੂਜਾ ਕਿ ਉਹ ਇੰਦਰਾਵੀ ਜਿਹੜੀਆਂ ਭੁੱਖਾਂ ਨੇ ਉਹਨਾਂ ਵਿੱਚ ਹੀ ਉਲਝਿਆ ਰਹਿੰਦਾ, ਜਿਹੜੀਆਂ ਉਹਦੀਆਂ ਫਿਜ਼ੀਕਲੀ ਸਰੀਰ ਦੀਆਂ ਲੋੜਾਂ ਹੁੰਦੀਆਂ ਨੇ। ਫਿਰ ਕਿ ਉਹਦੇ ਵਿੱਚ ਹਉਮੈ ਜਾਂ ਹੰਕਾਰ ਆਪਾਂ ਜਿਵੇਂ ਕਹਿ ਦਈਏ ਬਹੁਤ ਜ਼ਿਆਦਾ ਹੁੰਦਾ ਵਾ। ਇਹ ਮਨਮੁਖ ਦੀ ਨਿਸ਼ਾਨੀ ਆ। ਗੁਰੂ ਅੰਗਦ ਦੇਵ ਜੀ ਦਾ ਮੁੱਢਲਾ ਨਾਂ ਕੀ ਸੀ? ਭਾਈ ਲਹਿਣਾ ਜੀ। ਹੁਣ ਗੁਰੂ ਨਾਨਕ ਦੇਵ ਜੀ ਤੋਂ ਬਾਅਦ ਉਹਨਾਂ ਦੀ ਗੁਰਗੱਦੀ 'ਤੇ ਕੌਣ ਬੈਠੇ? ਗੁਰੂ ਅੰਗਦ ਦੇਵ ਜੀ। ਭਾਈ ਲਹਿਣਾ ਜੀ ਉਹਨਾਂ ਦਾ ਮੁੱਢਲਾ ਨਾਮ ਸੀਗਾ ਅਤੇ ਗੁਰੂ ਅੰਗਦ ਦੇਵ ਜੀ ਦੇ ਨਾਂ ਨਾਲ ਉਹ ਪ੍ਰਸਿੱਧ ਹੋਏ। ਗੁਰੂ ਅੰਗਦ ਦੇਵ ਜੀ ਗੁਰਗੱਦੀ 'ਤੇ ਕਦੋਂ ਬੈਠੇ? 1539 ਈਸਵੀ ਦੇ ਵਿੱਚ ਜਦੋਂ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਤਾਂ ਗੁਰੂ ਅੰਗਦ ਦੇਵ ਜੀ ਸੀਗੇ ਜਿਹੜੇ ਉਹ ਗੁਰਗੱਦੀ 'ਤੇ ਬੈਠੇ ਸੀਗੇ। ਗੁਰੂ ਅੰਗਦ ਦੇਵ ਜੀ ਨੇ ਕਿਹੜੇ ਸਥਾਨ ਨੂੰ ਆਪਣਾ ਪ੍ਰਚਾਰ ਕੇਂਦਰ ਬਣਾਇਆ? ਖਡੂਰ ਸਾਹਿਬ ਨੂੰ। ਗੁਰੂ ਅੰਗਦ ਦੇਵ ਜੀ ਨੇ ਕਿਸ ਲਿਪੀ ਨੂੰ ਨਵਾਂ ਰੂਪ ਦਿੱਤਾ? ਗੁਰਮੁਖੀ ਲਿਪੀ ਨੂੰ। ਗੁਰੂ ਅੰਗਦ ਦੇਵ ਜੀ ਨੇ ਕਿਸ ਨਗਰ ਦੀ ਸਥਾਪਨਾ ਕੀਤੀ? ਗੋਇੰਦਵਾਲ ਨਗਰ। ਜਿਹੜਾ ਗੋਇੰਦਵਾਲ ਸਾਹਿਬ ਨਗਰ ਆ ਉਹਦੀ ਮਤਲਬ ਸਥਾਪਨਾ ਵਾ ਜਿਹੜੀ ਗੁਰੂ ਅੰਗਦ ਦੇਵ ਜੀ ਨੇ ਕੀਤੀ ਆ। ਗੁਰਮੁਖੀ ਲਿਪੀ ਨੂੰ ਹਰਮਨ ਪਿਆਰਾ ਕਿਸ ਨੇ ਬਣਾਇਆ? ਗੁਰੂ ਅੰਗਦ ਦੇਵ ਜੀ ਨੇ ਗੁਰਮੁਖੀ ਲਿਪੀ ਆ ਜਿਹੜੀ ਉਹਨੂੰ ਹਰਮਨ ਪਿਆਰਾ ਬਣਾਇਆ ਵਾ। ਗੁਰਮੁਖੀ ਲਿਪੀ ਦੇ ਹਰਮਨ ਪਿਆਰੀ ਹੋਣ ਦਾ ਕੀ ਪ੍ਰਭਾਵ ਪਿਆ? ਕਿ ਬ੍ਰਾਹਮਣ ਵਰਗ ਨੂੰ ਕਰਾਰੀ ਸੱਟ ਵੱਜੀ, ਕਿਉਂਕਿ ਉਹ ਕੀ ਸੀਗੇ, ਉਹ ਕੇਵਲ ਸੰਸਕ੍ਰਿਤ ਨੂੰ ਹੀ ਜਿਹੜੀ ਸੀਗੀ ਧਰਮ ਦੀ ਭਾਸ਼ਾ ਮੰਨਦੇ ਸੀਗੇ, ਠੀਕ ਹੈ। ਜਿਵੇਂ ਹੀ ਮਤਲਬ ਗੁਰਮੁਖੀ ਭਾਸ਼ਾ ਆ ਗਈ ਤਾਂ ਜਿਹੜੀ ਸੰਸਕ੍ਰਿਤ ਸੀਗੀ ਉਹਦੀ ਵੈਲਿਊ ਘੱਟ ਹੋ ਗਈ। ਅੱਗੇ ਹੈ ਗੁਰੂ ਅੰਗਦ ਦੇਵ ਜੀ ਨੇ ਕਿਸ ਨਾਂ ਹੇਠ ਬਾਣੀ ਰਚੀ? ਗੁਰੂ ਅੰਗਦ ਦੇਵ ਜੀ ਜਿਹੜੇ ਸੀ ਉਹਨਾਂ ਨੇ ਆਪਣੇ ਨਾਮ ਹੇਠ ਨਹੀਂ, ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ, ਠੀਕ ਆ, ਨਾਨਕ ਨਾਂ ਦੇ ਹੇਠ ਆਪਣੀ ਜਿਹੜੀ ਬਾਣੀ ਆ ਉਹਦੀ ਰਚਨਾ ਕੀਤੀ। ਗੁਰੂ ਅੰਗਦ ਦੇਵ ਜੀ ਨੇ ਕਿਹੜੀ ਪ੍ਰਥਾ ਦਾ ਵਿਕਾਸ ਕੀਤਾ? ਲੰਗਰ ਪ੍ਰਥਾ ਦਾ ਵਿਕਾਸ ਕੀਤਾ। ਲੰਗਰ ਪ੍ਰਥਾ ਦਾ ਸਿੱਖਾਂ 'ਤੇ ਕੀ ਪ੍ਰਭਾਵ ਪਿਆ? ਉਹਨਾਂ ਵਿੱਚ ਕੀ ਸੀਗਾ ਕਿ ਆਪਸੀ ਭਾਈਚਾਰੇ ਅਤੇ ਸਹਿਯੋਗ ਦੀ ਭਾਵਨਾ ਵੱਧ ਗਈ ਇੱਕ ਤਾਂ, ਠੀਕ ਹੈ। ਦੂਜਾ ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਦੁਆਰਾ ਚਲਾਈ ਗਈ ਕਿਹੜੀ ਪ੍ਰਥਾ ਨੂੰ ਵਧੇਰੇ ਸੰਗਠਿਤ ਕੀਤਾ? ਸੰਗਤ ਪ੍ਰਥਾ ਨੂੰ। ਸੰਗਤ ਤੋਂ ਕੀ ਭਾਵ ਹੈ? ਸੰਗਤ ਤੋਂ ਭਾਵ ਹੈ ਇਕੱਠੇ ਮਿਲ ਕੇ ਬੈਠਣਾ। ਗੁਰੂ ਅੰਗਦ ਦੇਵ ਜੀ ਨੇ ਕਿਹੜੇ ਮਤ ਦਾ ਵਿਰੋਧ ਕੀਤਾ? ਉਦਾਸੀ ਮਤ ਦਾ। ਉਦਾਸੀ ਮਤ ਦੀ ਸਥਾਪਨਾ ਕਿਸਨੇ ਕੀਤੀ? ਗੁਰੂ ਨਾਨਕ ਦੇਵ ਜੀ ਦੇ ਵੱਡੇ ਪੁੱਤਰ ਬਾਬਾ ਸ਼੍ਰੀ ਚੰਦ ਜੀ ਨੇ। ਉਦਾਸੀ ਮਤ ਦੇ ਅਨੁਯਾਈ ਕਿਹੜੇ ਜੀਵਨ ਦੇ ਜ਼ੋਰ ਦਿੰਦੇ ਸਨ? ਸੰਨਿਆਸੀ ਜੀਵਨ 'ਤੇ। ਗੁਰੂ ਨਾਨਕ ਦੇਵ ਜੀ ਕਿਹੜੇ ਜੀਵਨ ਦੇ ਹੱਕ ਵਿੱਚ ਸਨ? ਗ੍ਰਹਿਸਥ ਜੀਵਨ ਦੇ। ਗੁਰੂ ਅੰਗਦ ਦੇਵ ਜੀ ਦੇ ਅਨੁਸ਼ਾਸਨ ਦਾ ਪਾਲਣ ਨਾ ਕਰਨ ਕਾਰਨ ਕਿਹੜੇ ਦੋ ਰਾਗੀਆਂ ਨੂੰ ਆਪਣੇ ਦਰਬਾਰ ਵਿੱਚੋਂ ਕੱਢ ਦਿੱਤਾ? ਸੱਤਾ ਅਤੇ ਬਲਵੰਡ ਨਾਂ ਦੇ ਜਿਹੜੇ ਮਤਲਬ ਦੋ ਰਾਗੀ ਸੀਗੇ ਉਹਨਾਂ ਦੇ ਦਰਬਾਰ ਵਿੱਚ, ਉਹਨਾਂ ਨੇ ਅਨੁਸ਼ਾਸਨ ਦਾ ਪਾਲਣ ਨਹੀਂ ਕੀਤਾ ਸੀ, ਤਾਂ ਕਰਕੇ ਸੱਤਾ ਅਤੇ ਬਲਵੰਡ ਦੋਨਾਂ ਨੂੰ ਉਹਨਾਂ ਨੇ ਦਰਬਾਰ 'ਚੋਂ ਕੱਢਤਾ ਸੀਗਾ। ਗੋਇੰਦਵਾਲ ਸਾਹਿਬ ਦੀ ਸਥਾਪਨਾ ਕਿਸਨੇ ਕੀਤੀ? ਗੁਰੂ ਅੰਗਦ ਦੇਵ ਜੀ ਨੇ। ਗੁਰੂ ਅੰਗਦ ਦੇਵ ਜੀ ਨੇ ਗੋਇੰਦਵਾਲ ਦੀ ਸਥਾਪਨਾ ਕਿਹੜੇ ਉਦੇਸ਼ ਨਾਲ ਕੀਤੀ? ਸਿੱਖਾਂ ਨੂੰ ਇੱਕ ਵੱਖਰਾ ਤੀਰਥ ਸਥਾਨ ਦੇਣ ਦੇ ਉਦੇਸ਼ ਨਾਲ ਕੀਤੀ। ਗੁਰੂ ਅੰਗਦ ਦੇਵ ਜੀ ਕਦੋਂ ਜੋਤੀ ਜੋਤ ਸਮਾਏ? 1552 ਈਸਵੀ ਦੇ ਵਿੱਚ। ਗੁਰੂ ਅਮਰਦਾਸ ਜੀ ਸਿੱਖਾਂ ਦੇ ਕਿੰਨਵੇਂ ਗੁਰੂ ਸਨ? ਤੀਸਰੇ ਗੁਰੂ ਸਨ। ਗੁਰੂ ਅਮਰਦਾਸ ਜੀ ਕਦੋਂ ਗੁਰਗੱਦੀ 'ਤੇ ਬੈਠੇ? 1552 ਈਸਵੀ ਵਿੱਚ। ਗੁਰੂ ਅਮਰਦਾਸ ਜੀ ਕਿੰਨਾ ਸਮਾਂ ਗੁਰਗੱਦੀ 'ਤੇ ਰਹੇ? 1552 ਤੋਂ 1574 ਈਸਵੀ ਤੱਕ ਗੁਰਗੱਦੀ 'ਤੇ ਰਹੇ ਨੇ। ਗੁਰੂ ਅਮਰਦਾਸ ਜੀ ਨੇ ਕਿੱਥੇ ਬਾਉਲੀ ਦਾ ਨਿਰਮਾਣ ਕੀਤਾ? ਗੋਇੰਦਵਾਲ ਸਾਹਿਬ ਵਿਖੇ। ਇਸ ਬਾਉਲੀ ਤੱਕ ਪਹੁੰਚਣ ਲਈ ਕਿੰਨੀਆਂ ਪੌੜੀਆਂ ਸਨ? 84 ਪੌੜੀਆਂ ਸੀਗੀਆਂ। ਗੁਰੂ ਅਮਰਦਾਸ ਜੀ ਨੇ ਲੰਗਰ ਪ੍ਰਥਾ ਵਿੱਚ ਕੀ ਯੋਗਦਾਨ ਪਾਇਆ? ਲੰਗਰ ਪ੍ਰਥਾ ਦਾ ਵਧੇਰੇ ਵਿਸਥਾਰ ਕੀਤਾ। ਉਹਨਾਂ ਨੇ ਐਲਾਨ ਕੀਤਾ ਕਿ ਕੋਈ ਵੀ ਵਿਅਕਤੀ ਹੈ ਜਿਹੜਾ ਉਹ ਲੰਗਰ ਛਕੇ ਬਿਨਾਂ ਉਹਨਾਂ ਨੂੰ ਨਹੀਂ ਮਿਲ ਸਕਦਾ। ਗੁਰੂ ਅਮਰਦਾਸ ਜੀ ਨੇ ਕਿਹੜਾ ਨਾਅਰਾ ਦਿੱਤਾ
कि पहले पंगत पाछे संगत, कि सब तो पहला पंगत में बैठ के लंगर छकिया जाए तो फिर की आ संगत में बैठा जाए। किहड़े बादशाह ने गुरु अमरदास जी नूं मिलन तो पहला पंगत में बैठ के लंगर छकिया? अकबर बादशाह ने। गुरु अमरदास जी का महत्वपूर्ण काम की सी? गुरु नानक देव जी ते गुरु अंगद देव जी की बाणी नूं इकट्ठा करना सीगा उन्हां दा महत्वपूर्ण काम। गुरु अमरदास जी ने किन्ने शब्दां की रचना की? 907 शब्दां की उन्होंने रचना की। गुरु अर्जन देव जी ने किन्नियां मंजियां की स्थापना की? 22 मंजियां की। मंजी दे मुखी नूं की आखदे सन? मंजियां दा जिहड़ा मुखी हुंदा सी उहनूं मंजीदार आखदे सीगे। गुरु अमरदास जी ने किस दा विरोध किया? उदासी मत का विरोध किया। गुरु अमरदास जी ने किहड़े समाजिक सुधार किए? देखो उन्होंने समाज सुधार किहड़े किए? पहले नंबर पर उन्होंने की किया कि समाज में प्रचलित बुराइयां जिमें सती प्रथा हो गया, परदा प्रथा, विधवा विआह की मनाही हो गई, छूत छात हो गया, नशियां ठीक है की वरतों हो गई, इन्हां सारिया चीज़ों का उन्होंने खंडन किया। फिर उन्होंने सिखां दे जन्म, विआह ते मरण आदि मौकों के लिए की सीगा? विशेष रस्मां तैयार कीतियां सीगीआं। इस तो बिना की सी कि गुरु जी ने विआह ते खुशी के मौकों पर गाउण लई आनंद साहिब की रचना की सीगी। गुरु रामदास जी का मुढ़ला नां की सी? भाई जेठा जी। गुरु रामदास जी कदों तक गुरगद्दी ते रहे? 1574 तो लैके 1581 ईस्वी तक गुरु रामदास जी गुरगद्दी ते रहे। गुरु रामदास जी ने किस प्रसिद्ध नगर की स्थापना की? रामदासपुर नगर की स्थापना की, जो कि श्री गुरु जिन्हों आप श्री अमृतसर साहिब के नाम नाल जानते हैं। ठीक है, इस स्थान नूं श्री अमृतसर साहिब की स्थापना कदों की गई? 1577 ईस्वी में। तुहानूं पेपर में इदा भी क्वेश्चन आ सकता कि अमृतसर साहिब का मुढ़ला नाम की सी? रामदासपुर सीगा जां चक गुरु रामदास। ठीक है, तो 1577 के जी अमृतसर की स्थापना की गई सी। अमृतसर विखे किहड़े दो सरोवरां की खुदवाई करवाई गई? अमृतसर और संतोखसर नां दे दो सरोवरां की जिहड़ी खुदाई करवाई गई सीगी। अमृतसर साहिब विखे किन्ने वपारियां नूं बसाया गया? 52 वपारियां नूं। गुरु रामदास जी ने अमृतसर साहिब विखे किहड़ा बाजार बसाया? गुरु का बाजार। मसंद प्रथा की स्थापना किसने की? गुरु रामदास जी ने। गुरु रामदास जी ने मसंदा की नियुक्ति क्यों की? सिख मत का प्रचार कर सकन ते संगतां तो माया इकट्ठी कर सकन। दो उद्देश सी कि एक तो वो की सीगा सिख मत का प्रचार कर देण मसंद, ते दूजा की सीगा भी संगतां तो जिहड़ा वा लंगर पत्था लई जां सिख धर्म के होर कामां दे लई माया वा जिहड़ी ओह इकट्ठी कर सकन। चार लावां का उचारण किहड़े गुरु साहिब ने किया? गुरु रामदास जी ने। सिखां दे पंजवें गुरु कौन सन? गुरु अर्जन देव जी। गुरु अर्जन देव जी किन्ना समा गुरगद्दी ते रहे? 1581 तो लैके 1606 ईस्वी तक वह गद्दी ते विराजमान रहे ने। अमृत सरोवर के विचकार गुरु अर्जन देव जी ने किसका निर्माण शुरू करवाया? धर्मशाल का। धर्मशाल का नां की रखा गया? हरमंदर साहिब। हरमंदर साहिब की नींह किसने रखी? साईं मियाँ मीर जी ने रखी हरमंदर साहिब की नींह। हरमंदर साहिब के किन्ने दरवाजे रखे गए हैं? 4 दरवाजे रखे गए हैं कि ये जोड़े दरवाजे ने सारिया जातियां दे ठीक है चारां दिशावां तो आने वाले लोगों के लिए खुले ने। हरमंदर साहिब की नींह कदों रखी गई? 1588 ईस्वी दे विच। हरमंदर साहिब का निर्माण किसने करवाया? गुरु अर्जन देव जी ने। गुरु अर्जन देव जी ने किहड़े पवित्र नगर बसाए? उन्होंने 3 नगर बसाए, किहड़े किहड़े? हरगोबिंदपुर, करतारपुर, तरन ताਰਨ। ये वाला जिहड़ा करतारपुर है जलंधर के कोल आ, ते जिहड़ा गुरु नानक देव जी ने तरन ताਰਨ बसाया सॉरी करतारपुर बसाया वा वो पाकिस्तान दे विच आ। ठीक है, ये वाला करतारपुर जलंधर के कोल आ। हरगोबिंदपुर नगर किहड़ी नदी के कंढे ते सी? ब्यास नदी दे। करतारपुर विखे गुरु अर्जन देव जी ने किहड़े सरोवर का निर्माण करवाया? गंगसर सरोवर का। गुरु अर्जन देव जी ने कित्थे बौली का निर्माण करवाया? लाहौर विखे। मसंद शब्द फारसी भाषा के किहड़े शब्द तो बनिया है? मसनद तो। मसनद तो की भाव है? उच्चा स्थान। आदि ग्रंथ साहिब का संकलन किसने किया? गुरु अर्जन देव जी ने। आदि ग्रंथ साहिब का संकलन किस स्थान ते किया गया? अमृतसर विखे रामसर सरोवर के कंढे ते। आदि ग्रंथ साहिब विच किन्ने गुरु साहिबान की बाणी है? 6 गुरुआं की। गुरु अर्जन देव जी ने किहड़े देशां नाल घोड़ियां दे वपार नूं उतसाह दिता? अरब देशां दे नाल। देखो आदि ग्रंथ साहिब विच एक तां
ਪਹਿਲੇ 5 ਗੁਰੂ ਸਾਹਿਬਾਨਾਂ ਦੀ ਅਤੇ 6ਵੇਂ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਆ ਜਿਹੜੀ ਦਰਜ ਆ। ਗੁਰੂ ਅਰਜਨ ਦੇਵ ਜੀ ਦਾ ਵੱਡਾ ਭਰਾ ਕੌਣ ਸੀ? ਪ੍ਰਿਥੀ ਚੰਦ। ਪ੍ਰਿਥੀ ਚੰਦ ਗੁਰੂ ਅਰਜਨ ਦੇਵ ਜੀ ਦਾ ਵਿਰੋਧੀ ਕਿਉਂ ਬਣ ਗਿਆ? ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲ ਹੱਕਦਾਰ ਸਮਝਦਾ ਸੀ। ਦੇਖੋ ਉਹਨਾਂ ਨੂੰ ਇਹ ਜਦੋਂ ਚੌਥੇ ਗੁਰੂ ਰਾਮਦਾਸ ਜੀ ਜੋਤੀ ਜੋਤ ਸਮਾਏ ਤਾਂ ਉਹਨਾਂ ਦੇ ਸਭ ਤੋਂ ਵੱਡੇ ਪੁੱਤਰ ਕੌਣ ਸੀ? ਪ੍ਰਿਥੀ ਚੰਦ ਸੀਗੇ। ਠੀਕ ਆ, ਵੱਡੇ ਹੋਣ ਦੇ ਨਾਤੇ ਉਹ ਸਮਝਦੇ ਸੀ ਕਿ ਗੁਰਗੱਦੀ 'ਤੇ ਮੇਰਾ ਹੱਕ ਆ, ਪਰ ਗੁਰਗੱਦੀ ਕਿਹਨਾਂ ਨੂੰ ਮਿਲੀ ਸੀ? ਗੁਰੂ ਅਰਜਨ ਦੇਵ ਜੀ ਨੂੰ ਮਿਲੀ ਸੀਗੀ। ਮਿਹਰਬਾਨ ਕੌਣ ਸੀ? ਪ੍ਰਿਥੀ ਚੰਦ ਦਾ ਪੁੱਤਰ ਸੀਗਾ। ਮਿਹਰਬਾਨ ਦਾ ਮੁੱਢਲਾ ਨਾਂ ਕੀ ਸੀ? ਮਨੋਹਰ ਦਾਸ। ਆਦਿ ਗ੍ਰੰਥ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਕਿੰਨੇ ਸ਼ਬਦ ਹਨ? ਗੁਰੂ ਅਰਜਨ ਦੇਵ ਜੀ ਦੇ ਉਹਦੇ ਵਿੱਚ 2216 ਸ਼ਬਦ ਨੇ। ਠੀਕ ਹੈ, ਆਦਿ ਗ੍ਰੰਥ ਸਾਹਿਬ ਦੇ ਵਿੱਚ। ਆਦਿ ਗ੍ਰੰਥ ਸਾਹਿਬ ਦਾ ਸੰਕਲਨ ਕਦੋਂ ਸੰਪੂਰਨ ਹੋਇਆ? 1604 ਈਸਵੀ ਦੇ ਵਿੱਚ ਆਦਿ ਗ੍ਰੰਥ ਸਾਹਿਬ ਦਾ ਸੰਕਲਨ ਆ ਜਿਹੜਾ ਉਹ ਪੂਰਾ ਹੋਇਆ ਸੀ। ਅੱਗੇ ਹੈ ਅਕਬਰ ਦੀ ਮੌਤ ਕਦੋਂ ਹੋਈ? 1605 ਈਸਵੀ ਦੇ ਵਿੱਚ। ਅਕਬਰ ਦਾ ਉੱਤਰਾਧਿਕਾਰੀ ਕੌਣ ਬਣਿਆ? ਜਹਾਂਗੀਰ। ਗੁਰੂ ਅਰਜਨ ਦੇਵ ਜੀ ਨੂੰ ਕਿਸਨੇ ਸ਼ਹੀਦ ਕਰਵਾਇਆ? ਜਹਾਂਗੀਰ ਨੇ। ਅੱਗੇ ਹੈ ਕਿਸਨੇ ਗੁਰੂ ਜੀ ਵਿਰੁੱਧ ਜਹਾਂਗੀਰ ਦੇ ਕੰਨ ਭਰੇ? ਚੰਦੂ ਸ਼ਾਹ ਨੇ। ਬਾਬਾ ਬੁੱਢਾ ਜੀ ਕੌਣ ਸਨ? ਹਰਿਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ। ਚੰਦੂ ਸ਼ਾਹ ਕੌਣ ਸੀ? ਲਾਹੌਰ ਦਾ ਦੀਵਾਨ ਸੀਗਾ। ਜਹਾਂਗੀਰ ਦਾ ਸਭ ਤੋਂ ਵੱਡਾ ਪੁੱਤਰ ਕੌਣ ਸੀ? ਸ਼ਹਿਜ਼ਾਦਾ ਖੁਸਰੋ। ਸ਼ਹਿਜ਼ਾਦਾ ਖੁਸਰੋ ਨੇ ਕਿਸ ਤੋਂ ਆਸ਼ੀਰਵਾਦ ਲਿਆ? ਗੁਰੂ ਅਰਜਨ ਦੇਵ ਜੀ ਤੋਂ। ਗੁਰੂ ਅਰਜਨ ਦੇਵ ਜੀ ਨੂੰ ਕਦੋਂ ਗ੍ਰਿਫਤਾਰ ਕੀਤਾ ਗਿਆ? 24 ਮਈ 1606 ਈਸਵੀ ਦੇ ਵਿੱਚ। ਕਿਸਨੇ ਜਹਾਂਗੀਰ ਅੱਗੇ ਬੇਨਤੀ ਕੀਤੀ ਕਿ ਉਹ ਗੁਰੂ ਜੀ ਨੂੰ ਮਾफ़ ਕਰ ਦੇਵੇ? ਸੂਫੀ ਸੰਤ ਮੀਆਂ ਮੀਰ ਨੇ। ਗੁਰੂ ਅਰਜਨ ਦੇਵ ਜੀ ਨੂੰ ਕਦੋਂ ਸ਼ਹੀਦ ਕੀਤਾ ਗਿਆ? 30 ਮਈ 1606 ਈਸਵੀ ਦੇ ਵਿੱਚ ਗੁਰੂ ਜੀ ਨੂੰ ਸ਼ਹੀਦ ਕੀਤਾ ਗਿਆ। ਗੁਰੂ ਅਰਜਨ ਦੇਵ ਜੀ ਨੂੰ ਕਿੱਥੇ ਸ਼ਹੀਦ ਕੀਤਾ ਗਿਆ? ਲਾਹੌਰ ਵਿਖੇ। ਜਹਾਂਗੀਰ ਨੇ ਗੁਰੂ ਅਰਜਨ ਦੇਵ ਜੀ ਨੂੰ ਮੌਤ ਬਦਲੇ ਕਿੰਨਾ ਜੁਰਮਾਨਾ ਦੇਣ ਲਈ ਕਿਹਾ? 2 ਲੱਖ ਰੁਪਏ, ਪਰ ਗੁਰੂ ਜੀ ਨੇ ਜੁਰਮਾਨਾ ਦੇਣ ਤੋਂ ਇਨਕਾਰ ਕਰਤਾ ਸੀਗਾ। ਗੁਰੂ ਹਰਗੋਬਿੰਦ ਜੀ ਨੇ ਕਿਹੜੀ ਨੀਤੀ ਚਲਾਈ? ਮੀਰੀ ਅਤੇ ਪੀਰੀ ਦੀ ਨੀਤੀ ਚਲਾਈ। ਮੀਰੀ ਦੀ ਤਲਵਾਰ ਕਿਸ ਦਾ ਪ੍ਰਤੀਕ ਸੀਗਾ? ਮੀਰੀ ਦੀ ਜਿਹੜੀ ਤਲਵਾਰ ਸੀ ਉਹ ਸੰਸਾਰਕ ਅਗਵਾਈ ਦਾ ਪ੍ਰਤੀਕ ਸੀ। ਪੀਰੀ ਦੀ ਤਲਵਾਰ ਕਿਸ ਦਾ ਪ੍ਰਤੀਕ ਸੀ? ਧਾਰਮਿਕ ਅਗਵਾਈ ਦਾ ਪ੍ਰਤੀਕ ਸੀ। ਪੀਰ ਤੋਂ ਕੀ ਭਾਵ ਹੈ? ਧਾਰਮਿਕ ਨੇਤਾ। ਮੀਰ ਤੋਂ ਕੀ ਭਾਵ ਹੈ? ਰਾਜਨੀਤਿਕ ਤੇ ਸੈਨਿਕ ਨੇਤਾ। ਗੁਰੂ ਹਰਗੋਬਿੰਦ ਸਾਹਿਬ ਜੀ ਕਦੋਂ ਤੱਕ ਗੁਰਗੱਦੀ 'ਤੇ ਰਹੇ? 1606 ਈਸਵੀ ਤੋਂ ਲੈ ਕੇ 1645 ਈਸਵੀ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਗੱਦੀ 'ਤੇ ਰਹੇ। ਗੁਰੂ ਹਰਗੋਬਿੰਦ ਜੀ ਨੇ ਕਿਹੜੇ ਰਾਜਸੀ ਚਿੰਨ੍ਹਾਂ ਨੂੰ ਅਪਣਾਇਆ? ਉਹਨਾਂ ਨੇ ਕੀ ਸੀ? ਦਸਤਾਰ ਤੇ ਕਲਗੀ, 2 ਤਲਵਾਰਾਂ ਤੇ ਛਤਰ ਜਿਹੜਾ ਸੀਗਾ ਧਾਰਨ ਕੀਤਾ ਸੀ। ਗੁਰੂ ਹਰਗੋਬਿੰਦ ਜੀ ਨੇ ਕਿਹੜੀ ਉਪਾਧੀ ਧਾਰਨ ਕੀਤੀ? ਸੱਚੇ ਪਾਤਸ਼ਾਹ ਦੀ ਉਪਾਧੀ। ਅਕਾਲ ਤਖਤ ਦੀ ਉਸਾਰੀ ਕਿਸਨੇ ਕਰਵਾਈ? ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਅਕਾਲ ਤਖਤ ਦੀ ਉਸਾਰੀ ਕਿੱਥੇ ਕਰਵਾਈ ਗਈ? ਹਰਿਮੰਦਰ ਸਾਹਿਬ ਦੇ ਸਾਹਮਣੇ। ਅਕਾਲ ਤਖਤ ਦੀ ਉਸਾਰੀ ਕਦੋਂ ਕਰਵਾਈ ਗਈ? 1606 ਈਸਵੀ ਦੇ ਵਿੱਚ। ਅਕਾਲ ਤਖਤ ਵਿਖੇ ਗੁਰੂ ਜੀ ਕੀ ਕਰਦੇ ਸਨ? ਇੱਥੇ ਬੈਠ ਕੇ ਗੁਰੂ ਜੀ ਸਿੱਖਾਂ ਦੇ ਕੀ ਸੀਗਾ? ਰਾਜਨੀਤਿਕ ਅਤੇ ਸੈਨਿਕ ਮਾਮਲਿਆਂ ਦੀ ਅਗਵਾਈ ਕਰਦੇ ਸਨ। ਸੈਨਿਕਾਂ ਨੂੰ ਸਿੱਖਿਆ ਦਿੰਦੇ ਸਨ। ਸਿੱਖਾਂ ਤੋਂ ਘੋੜੇ ਅਤੇ ਸ਼ਸਤਰ ਪ੍ਰਵਾਨ ਕਰਦੇ ਸਨ। ਸਿੱਖਾਂ ਵਿੱਚ ਜੋਸ਼ ਭਰਨ ਲਈ ਢਾਡੀ ਜਿਹੜੇ ਸੀਗੇ ਇੱਥੇ ਬੀਰ ਰਸੀ 12 ਗਾਉਂਦੇ ਸੀਗੇ। ਅਤੇ ਇਹ ਤੋਂ ਬਿਨਾਂ ਕੀ ਸੀਗਾ? ਸਿੱਖਾਂ ਦੇ ਜਿਹੜੇ ਆਪਸੀ ਝਗੜੇ ਸੀਗੇ ਉਹਨਾਂ ਨੂੰ ਵੀ ਨਜਿੱਠਦੇ ਸੀਗੇ ਉੱਥੇ ਬੈਠ ਕੇ। ਗੁਰੂ ਹਰਗੋਬਿੰਦ ਸਾਹਿਬ ਨੇ ਅੰਮ੍ਰਿਤਸਰ ਵਿਖੇ ਕਿਹੜਾ ਕਿਲ੍ਹਾ ਬਣਵਾਇਆ? ਲੋਹਗੜ੍ਹ ਦਾ ਕਿਲ੍ਹਾ ਬਣਵਾਇਆ ਉਹਨਾਂ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਬੰਦੀ ਛੋੜ ਬਾਬਾ ਦੇ ਨਾਮ ਨਾਲ। ਸ਼ਾਹਜਹਾਂ ਮੁਗਲ ਬਾਦਸ਼ਾਹ ਕਦੋਂ ਬਣਿਆ? 1628 ਈਸਵੀ ਦੇ ਵਿੱਚ। ਅੰਮ੍ਰਿਤਸਰ ਵਿਖੇ ਪਹਿਲੀ ਲੜਾਈ ਕਦੋਂ ਹੋਈ? 1634 ਈਸਵੀ ਦੇ ਵਿੱਚ। ਮੁਗਲਾਂ ਅਤੇ ਸਿੱਖਾਂ ਵਿਚਕਾਰ 3 ਹੋਰ ਲੜਾਈਆਂ ਕਿੱਥੇ ਕਿੱਥੇ ਹੋਈਆਂ? ਲਹਿਰਾ, ਕਰਤਾਰਪੁਰ ਅਤੇ ਫਗਵਾੜਾ ਦੇ ਵਿਚਕਾਰ। ਸੌਰੀ, ਇਹਨਾਂ ਸਥਾਨਾਂ 'ਤੇ ਹੋਈਆਂ ਸੀ, ਵਿਚਕਾਰ ਨਹੀਂ। ਗੁਰੂ ਹਰਗੋਬਿੰਦ ਜੀ ਦੀ ਪਠਾਨ ਸੈਨਾ ਦਾ ਸੈਨਾ ਨਾਇਕ ਕੌਣ ਸੀ? ਪੈਂਦਾ ਖਾਂ। ਗੁਰੂ ਹਰਗੋਬਿੰਦ ਜੀ ਨੇ ਮਸੰਦਾਂ ਨੂੰ ਕੀ ਉਦੇਸ਼ ਦਿੱਤਾ? ਕਿ ਉਹ ਸਿੱਖਾਂ ਤੋਂ ਮਾਇਆ ਦੀ ਬਜਾਏ ਕੀ ਆ? ਹਥਿਆਰ ਅਤੇ ਘੋੜੇ ਇਕੱਤਰ ਕਰਨ। ਅੰਮ੍ਰਿਤਸਰ ਦੀ ਕਿਲ੍ਹੇਬੰਦੀ ਕਿਸਨੇ ਕੀਤੀ? ਗੁਰੂ ਹਰਗੋਬਿੰਦ ਜੀ ਨੇ। ਗੁਰੂ ਹਰਗੋਬਿੰਦ ਜੀ ਨੇ ਆਪਣੇ ਦਰਬਾਰ ਵਿੱਚ ਕਿਹਨਾਂ ਨੂੰ ਬੀਰ ਰਸੀ 12 ਗਾਉਣ ਲਈ ਭਰਤੀ ਕੀਤਾ ਸੀ? ਅਬਦੁੱਲਾ ਅਤੇ ਨੱਥਾ ਮੱਲ ਨੂੰ। ਠੀਕ ਹੈ, ਭਰਤੀ ਕੀਤਾ ਹੋਇਆ ਸੀਗਾ।
ਅਬਦੁੱਲਾ ਤੇ ਨੱਥਾ ਮੱਲ ਜਿਹੜੇ ਸੀਗੇ ਇਹ ਵੀਰ ਰੱਸੀ 12 ਸੁਣਾ ਕੇ ਸਿੱਖਾਂ ਵਿੱਚ ਕੀ ਸੀਗਾ ਬਹਾਦਰੀ ਭਰਦੇ ਸੀਗੇ। ਅੱਗੇ ਹੈ ਗੁਰੂ ਅਰਜਨ ਦੇਵ ਜੀ ਨੂੰ ਕਿਸ ਨੇ ਸ਼ਹੀਦ ਕਰਵਾਇਆ? ਜਹਾਂਗੀਰ ਨੇ। ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਕਿੱਥੇ ਕੈਦ ਕੀਤਾ ਗਿਆ? ਗਵਾਲੀਅਰ ਦੇ ਕਿਲ੍ਹੇ ਵਿੱਚ। ਗੁਰੂ ਹਰਗੋਬਿੰਦ ਜੀ ਦੀ ਨਵੀਂ ਨੀਤੀ ਦੀ ਕੀ ਮਹੱਤਤਾ ਸੀ? ਉਹਨਾਂ ਦੀ ਜਿਹੜੀ ਨਵੀਂ ਨੀਤੀ ਸੀ ਉਹਨਾਂ ਦੀ ਮਹੱਤਤਾ। ਸਿੱਖਾਂ ਵਿੱਚ ਸਵੈ ਭਰੋਸਾ ਤੇ ਅਣਖ ਦੀ ਭਾਵਨਾ ਪੈਦਾ ਹੋਈ। ਸਿੱਖ ਹੁਣ ਸੰਤ ਸਿਪਾਹੀ ਬਣ ਗਏ ਅਤੇ ਈਸ਼ਵਰ ਦੀ ਭਗਤੀ ਨਾਲ ਸ਼ਸਤਰਾਂ ਦੀ ਵਰਤੋਂ ਵੀ ਕਰਨ ਲੱਗ ਪਏ ਸੀਗੇ ਸਿੱਖ ਜਿਹੜੇ ਸੀਗੇ। ਠੀਕ ਆ, ਹੌਲੀ ਹੌਲੀ ਇਹ ਕੀ ਸੀਗਾ ਬਹਾਦਰ ਯੋਧੇ ਬਣ ਗਏ ਸੀ ਜਿਹੜੇ ਸਿੱਖ ਸੀਗੇ। ਹੁਣ ਗੁਰੂ ਹਰਗੋਬਿੰਦ ਜੀ ਨੇ ਆਪਣੇ ਜੀਵਨ ਦੇ ਆਖਰੀ 10 ਵਰ੍ਹੇ ਕਿੱਥੇ ਬਤੀਤ ਕੀਤੇ? ਕੀਰਤਪੁਰ ਸਾਹਿਬ। ਗੁਰੂ ਹਰਗੋਬਿੰਦ ਜੀ ਕਦੋਂ ਜੋਤੀ ਜੋਤ ਸਮਾਏ? 1645 ਈਸਵੀ ਵਿੱਚ। ਗੁਰੂ ਹਰਕ੍ਰਿਸ਼ਨ ਜੀ ਗੁਰਗੱਦੀ 'ਤੇ ਕਦੋਂ ਬੈਠੇ ਜਾਂ ਕਦੋਂ ਬਿਰਾਜਮਾਨ ਹੋਏ? 1661 ਈਸਵੀ ਵਿੱਚ। ਗੁਰੂ ਹਰਕ੍ਰਿਸ਼ਨ ਜੀ ਕਿਸ ਦੇ ਪੁੱਤਰ ਸਨ? ਗੁਰੂ ਹਰਰਾਏ ਜੀ ਦੇ। ਗੁਰਗੱਦੀ 'ਤੇ ਬੈਠਣ ਸਮੇਂ ਗੁਰੂ ਹਰਕ੍ਰਿਸ਼ਨ ਜੀ ਕਿੰਨੀ ਉਮਰ ਦੇ ਸਨ? 5 ਸਾਲ ਦੇ। ਗੁਰੂ ਹਰਕ੍ਰਿਸ਼ਨ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਬਾਲ ਗੁਰੂ ਜਾਂ ਬਾਲਾ ਪ੍ਰੀਤਮ ਦੇ ਨਾਮ ਨਾਲ। ਗੁਰੂ ਤੇਗ ਬਹਾਦਰ ਜੀ ਗੁਰਗੱਦੀ 'ਤੇ ਕਿੰਨਾ ਸਮਾਂ ਰਹੇ? 1664 ਤੋਂ 1675 ਈਸਵੀ ਤੱਕ। ਗੁਰੂ ਤੇਗ ਬਹਾਦਰ ਜੀ ਨੇ ਕਿਹੜਾ ਨਗਰ ਵਸਾਇਆ? ਸ਼੍ਰੀ ਅਨੰਦਪੁਰ ਸਾਹਿਬ। ਅਤੇ ਅਨੰਦਪੁਰ ਸਾਹਿਬ ਦਾ ਪੁਰਾਣਾ ਨਾਮ ਕੀ ਸੀਗਾ? ਚੱਕ ਨਾਨਕੀ। ਗੁਰੂ ਤੇਗ ਬਹਾਦਰ ਜੀ ਨੇ ਮਾਖੋਵਾਲ ਦੀ ਸਥਾਪਨਾ ਕਿੱਥੇ ਕੀਤੀ? ਕਹਿਲੂਰ ਇਲਾਕੇ ਵਿੱਚ। ਗੁਰੂ ਤੇਗ ਬਹਾਦਰ ਜੀ ਨੇ ਕਹਿਲੂਰ ਵਿੱਚ ਕਿਹੜੇ ਕਸਬੇ ਦੀ ਨੀਂਹ ਰੱਖੀ? ਮਾਖੋਵਾਲ ਦੀ। ਮਾਖੋਵਾਲ ਅੱਗੇ ਚੱਲ ਕੇ ਕਿਹੜੇ ਨਾਮ ਨਾਲ ਪ੍ਰਸਿੱਧ ਹੋਇਆ? ਸ਼੍ਰੀ ਅਨੰਦਪੁਰ ਸਾਹਿਬ ਦੇ ਨਾਮ ਨਾਲ। ਗੁਰੂ ਤੇਗ ਬਹਾਦਰ ਜੀ ਨੇ ਆਪਣਾ ਵਧੇਰੇ ਸਮਾਂ ਕਿਵੇਂ ਬਤੀਤ ਕੀਤਾ? ਧਰਮ ਪ੍ਰਚਾਰ ਦੇ ਵਿੱਚ। ਗੁਰੂ ਤੇਗ ਬਹਾਦਰ ਜੀ ਨੇ ਪੰਜਾਬ ਤੋਂ ਬਿਨਾਂ ਕਿੱਥੇ ਕਿੱਥੇ ਧਰਮ ਦਾ ਪ੍ਰਚਾਰ ਕੀਤਾ? ਦਿੱਲੀ, ਆਗਰਾ, ਇਲਾਹਾਬਾਦ, ਬਨਾਰਸ, ਗਿਆ, ਢਾਕਾ, ਪਟਨਾ ਅਤੇ ਅਸਾਮ ਵਿੱਚ ਵੀ ਉਹਨਾਂ ਨੇ ਕੀ ਸੀਗਾ ਸਿੱਖ ਧਰਮ ਦਾ ਪ੍ਰਚਾਰ ਕੀਤਾ ਸੀਗਾ। ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਦੇ ਕੀ ਕਾਰਨ ਸਨ? ਉਹਨਾਂ ਦੀ ਸ਼ਹੀਦੀ ਦੇ ਕਾਫੀ ਸਾਰੇ ਕਾਰਨ ਸੀਗੇ। ਸਭ ਤੋਂ ਪਹਿਲਾਂ ਕਿ ਮੁਗਲਾਂ ਅਤੇ ਸਿੱਖਾਂ ਦੇ ਵਿਚਾਲੇ ਦੁਸ਼ਮਣੀ ਸੀਗੀ। ਫਿਰ ਔਰੰਗਜ਼ੇਬ ਦੀ ਕੱਟੜਤਾ ਨੀਤੀ ਸੀ ਕਿ ਉਹ ਆਪਣੇ ਇਸਲਾਮ ਧਰਮ ਤੋਂ ਬਿਨਾਂ ਹੋਰ ਕਿਸੇ ਵੀ ਧਰਮ ਨੂੰ ਚੰਗਾ ਨਹੀਂ ਸਮਝਦਾ ਸੀਗਾ। ਪ੍ਰਸਿੱਧੀ ਜਿਹੜੀ ਸੀਗੀ ਉਹ ਵੀ ਔਰੰਗਜ਼ੇਬ ਤੋਂ ਬਰਦਾਸ਼ਤ ਨਹੀਂ ਹੋਈ ਸੀਗੀ। ਅੱਗੇ ਹੈ ਸਿੱਖ ਮਤ ਦਾ ਪ੍ਰਸਾਰ। ਉਹਦੇ ਟਾਈਮ ਦੇ ਵਿੱਚ ਸਿੱਖ ਮਤ ਦਾ ਪ੍ਰਸਾਰ ਆ ਜਿਹੜਾ ਪੂਰੇ ਜ਼ੋਰਾਂ ਸ਼ੋਰਾਂ 'ਤੇ ਹੋਣ ਲੱਗ ਪਿਆ ਸੀ, ਜਿਹਦੇ ਕਰਕੇ ਉਹ ਕੀ ਸੀਗਾ ਕਿ ਉਹਨੂੰ ਇਸਲਾਮ ਧਰਮ ਲਈ ਖਤਰਾ ਮਹਿਸੂਸ ਹੋਣ ਲੱਗ ਗਿਆ ਸੀਗਾ। ਰਾਮ ਰਾਏ ਦੀ ਦੁਸ਼ਮਣੀ ਅਤੇ ਨਕਸ਼ਬੰਦੀਆਂ ਦਾ ਪ੍ਰਭਾਵ ਸੀਗਾ ਉਹਦੇ ਉੱਪਰ। ਠੀਕ ਹੈ, ਫਿਰ ਹੈਗਾ ਕਸ਼ਮੀਰੀ ਪੰਡਤਾਂ 'ਤੇ ਭਾਰੀ ਅਤਿਆਚਾਰ ਕਰਨ ਲੱਗ ਗਿਆ ਸੀ ਉਹ, ਕਿਉਂਕਿ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾ ਰਿਹਾ ਸੀਗਾ। ਸਿੱਖਾਂ ਦੇ ਮਨਾਂ ਵਿੱਚ ਮੁਗਲਾਂ ਪ੍ਰਤੀ ਨਫ਼ਰਤ ਕਦੋਂ ਪੈਦਾ ਹੋਈ? 1606 ਈਸਵੀ ਦੇ ਵਿੱਚ ਜਹਾਂਗੀਰ ਦੇ ਸਮੇਂ ਵਿੱਚ। ਗੁਰੂ ਅਰਜਨ ਦੇਵ ਜੀ ਦੀ ਜਿਹੜੀ ਸੀ ਸ਼ਹੀਦੀ ਤੋਂ ਬਾਅਦ। 1658 ਈਸਵੀ ਵਿੱਚ ਮੁਗਲਾਂ ਦਾ ਨਵਾਂ ਬਾਦਸ਼ਾਹ ਕੌਣ ਬਣਿਆ? ਔਰੰਗਜ਼ੇਬ। ਔਰੰਗਜ਼ੇਬ ਕਿਹੋ ਜਿਹਾ ਸ਼ਾਸਕ ਸੀਗਾ? ਔਰੰਗਜ਼ੇਬ ਜਿਹੜਾ ਸੀਗਾ ਉਹ ਇੱਕ ਕੱਟੜ ਸੁੰਨੀ ਮੁਸਲਮਾਨ ਸੀਗਾ। ਕਿਹੜੇ ਮੁਗਲ ਸ਼ਾਸਕ ਨੇ ਹਿੰਦੂਆਂ ਦੇ ਰਸਮਾਂ ਰਿਵਾਜਾਂ ਅਤੇ ਤਿਉਹਾਰਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਸਨ? ਔਰੰਗਜ਼ੇਬ ਨੇ। ਕਿਸ ਦੇ ਹੁਕਮਾਂ ਦੁਆਰਾ ਬਹੁਤ ਸਾਰੇ ਹਿੰਦੂਆਂ ਨੂੰ ਸਰਕਾਰੀ ਨੌਕਰੀ ਵਿੱਚੋਂ ਕੱਢ ਦਿੱਤਾ ਸੀਗਾ? 1671 ਈਸਵੀ ਦੇ ਵਿੱਚ ਕੀ ਹੋਇਆ ਕਿ ਔਰੰਗਜ਼ੇਬ ਦੇ ਹੁਕਮ ਦੇ ਦੁਆਰਾ ਬਹੁਤ ਸਾਰੇ ਹਿੰਦੂਆਂ ਨੂੰ ਸਰਕਾਰੀ ਨੌਕਰੀ ਤੋਂ ਕੱਢ ਦਿੱਤਾ ਗਿਆ ਸੀਗਾ। ਰਾਮ ਰਾਏ ਦੀ, ਹੁਣ ਦੇਖੋ ਰਾਮ ਰਾਏ ਦੀ ਸਿੱਖਾਂ ਨਾਲ ਦੁਸ਼ਮਣੀ ਸੀਗੀ। ਰਾਮ ਰਾਏ ਕੌਣ ਸੀਗਾ? ਗੁਰੂ ਹਰਕ੍ਰਿਸ਼ਨ ਜੀ ਦਾ ਵੱਡਾ ਭਰਾ ਸੀਗਾ। ਉਹ ਵੀ ਗੁਰਗੱਦੀ 'ਤੇ ਆਪਣਾ ਹੱਕ ਸਮਝਦਾ ਸੀਗਾ, ਤਾਂ ਕਰਕੇ ਉਹਨੇ ਵੀ ਔਰੰਗਜ਼ੇਬ ਦੇ ਕੰਨ ਭਰੇ ਸੀਗੇ ਸਿੱਖਾਂ ਦੇ ਵਿਰੁੱਧ। ਰਾਮ ਰਾਏ ਨੇ ਔਰੰਗਜ਼ੇਬ ਨੂੰ ਗੁਰੂ ਤੇਗ ਬਹਾਦਰ ਜੀ ਵਿਰੁੱਧ ਕਿਉਂ ਭੜਕਾਇਆ? ਕਿਉਂਕਿ ਉਹ ਆਪਣੇ ਆਪ ਨੂੰ ਗੁਰਗੱਦੀ ਦਾ ਅਸਲੀ ਹੱਕਦਾਰ ਸਮਝਦਾ ਸੀਗਾ। ਫਿਰ ਅੱਗੇ ਆਇਆ ਕਿ ਨਕਸ਼ਬੰਦੀ ਕੌਣ ਸਨ? ਇਸਲਾਮ ਧਰਮ ਦੀ ਇੱਕ ਸੰਪਰਦਾਇ ਸੀ। ਉਹ ਵੀ ਇਹੀ ਚਾਹੁੰਦੇ ਸੀ ਵੀ ਸਿਰਫ ਸਾਡੇ ਧਰਮ ਦਾ ਹੀ ਪ੍ਰਚਾਰ ਹੋਵੇ। ਨਕਸ਼ਬੰਦੀਆਂ ਨੇ ਮੁਗਲ ਬਾਦਸ਼ਾਹ ਨੂੰ ਗੁਰੂ ਤੇਗ ਬਹਾਦਰ ਜੀ ਵਿਰੁੱਧ ਕਿਉਂ ਭੜਕਾਇਆ ਸੀ? ਕਿਉਂਕਿ ਉਹ ਸਿੱਖਾਂ ਦੇ ਵੱਧ ਰਹੇ ਪ੍ਰਭਾਵ ਨੂੰ ਸਹਿਣ ਨਹੀਂ ਕਰ ਸਕਦੇ ਸੀਗੇ। ਅੱਗੇ ਹੈ ਔਰੰਗਜ਼ੇਬ ਕਸ਼ਮੀਰੀ ਪੰਡਤਾਂ 'ਤੇ ਅਤਿਆਚਾਰ ਕਿਉਂ ਕਰ ਰਿਹਾ ਸੀ? ਉਹ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਚਾਹੁੰਦਾ ਸੀਗਾ। ਕਸ਼ਮੀਰੀ ਪੰਡਤਾਂ ਦੀ ਸਮੱਸਿਆ ਦਾ ਹੱਲ ਕਰਨ ਲਈ ਗੁਰੂ ਤੇਗ ਬਹਾਦਰ ਜੀ ਨੇ ਕੀ ਕੀਤਾ?
ਗੁਰੂ ਤੇਗ ਬਹਾਦਰ ਜੀ ਆਪਣੇ 3 ਸਾਥੀਆਂ ਦੇ ਨਾਲ ਭਾਈ ਮਤੀ ਦਾਸ, ਕਿਹੜੇ ਸੀਗੇ 3 ਸਾਥੀ ਉਹਨਾਂ ਦੇ? ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ। ਠੀਕ ਆ, ਉਹਨਾਂ ਨੂੰ ਲੈ ਕੇ 11 ਜੁਲਾਈ 1675 ਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਦਿੱਲੀ ਵੱਲ ਤੁਰ ਪਏ। ਗੁਰੂ ਤੇਗ ਬਹਾਦਰ ਜੀ ਨੂੰ ਕਿੱਥੋਂ ਗ੍ਰਿਫਤਾਰ ਕੀਤਾ ਗਿਆ? ਰੋਪੜ ਦੇ ਨੇੜਿਓਂ। ਠੀਕ ਆ, ਤੇ 4 ਮਹੀਨੇ ਤੱਕ ਸਰਹਿੰਦ ਦੀ ਜੇਲ੍ਹ ਖਾਨੇ ਵਿੱਚ ਉਹਨਾਂ ਨੂੰ ਰੱਖਿਆ ਗਿਆ ਸੀਗਾ ਗ੍ਰਿਫਤਾਰ ਕਰਨ ਤੋਂ ਬਾਅਦ। ਔਰੰਗਜ਼ੇਬ ਦੇ ਹੁਕਮ ਅਨੁਸਾਰ ਗੁਰੂ ਜੀ ਨੂੰ ਦਿੱਲੀ ਕਦੋਂ ਪਹੁੰਚਾਇਆ ਗਿਆ? 6 ਨਵੰਬਰ 1675 ਈਸਵੀ ਨੂੰ ਉਹਨਾਂ ਨੂੰ ਦਿੱਲੀ ਪਹੁੰਚਾ ਦਿੱਤਾ ਗਿਆ ਸੀਗਾ। ਗੁਰੂ ਤੇਗ ਬਹਾਦਰ ਜੀ ਨੂੰ ਕਦੋਂ ਸ਼ਹੀਦ ਕਰਵਾਇਆ ਗਿਆ? 11 ਨਵੰਬਰ 1675 ਈਸਵੀ ਦੇ ਵਿੱਚ। ਜਿਵੇਂ ਹੁਣ ਵੀ ਨਵੰਬਰ ਮਹੀਨਾ ਚੱਲ ਰਿਹਾ ਵਾ, 11 ਨਵੰਬਰ ਨੂੰ ਕੀ ਸੀਗਾ? ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਵਸ ਸੀਗਾ। ਗੁਰੂ ਤੇਗ ਬਹਾਦਰ ਜੀ ਨੂੰ ਕਿਸਨੇ ਸ਼ਹੀਦ ਕਰਵਾਇਆ? ਔਰੰਗਜ਼ੇਬ ਨੇ। ਗੁਰੂ ਤੇਗ ਬਹਾਦਰ ਜੀ ਨਾਲ ਉਹਨਾਂ ਦੇ ਕਿਹੜੇ 3 ਸ਼ਰਧਾਲੂਆਂ ਨੂੰ ਵੀ ਸ਼ਹੀਦ ਕੀਤਾ ਗਿਆ, ਜਿਹੜੇ ਉਹਨਾਂ ਦੇ 3 ਨਾਲ ਗਏ ਸੀਗੇ? ਕੌਣ? ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ। ਗੁਰੂ ਤੇਗ ਬਹਾਦਰ ਜੀ ਨੂੰ ਕਿੱਥੇ ਸ਼ਹੀਦ ਕਰਵਾਇਆ ਗਿਆ? ਚਾਂਦਨੀ ਚੌਕ, ਦਿੱਲੀ ਦੇ ਵਿੱਚ। ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸਥਾਨ 'ਤੇ ਕਿਹੜਾ ਗੁਰਦੁਆਰਾ ਸਥਿਤ ਹੈ? ਗੁਰਦੁਆਰਾ ਸ਼ੀਸ਼ਗੰਜ। ਗੁਰਗੱਦੀ ਪ੍ਰਾਪਤੀ ਸਮੇਂ ਗੁਰੂ ਗੋਬਿੰਦ ਸਿੰਘ ਜੀ ਦੀ ਉਮਰ ਕਿੰਨੀ ਸੀ? 9 ਸਾਲ ਦੀ ਉਮਰ ਵਿੱਚ ਗੁਰੂ ਤੇਗ ਬਹਾਦਰ ਜੀ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਗੱਦੀ ਸੰਭਾਲੀ। ਗੁਰੂ ਗੋਬਿੰਦ ਸਿੰਘ ਜੀ ਕਦੋਂ ਤੱਕ ਗੁਰਗੱਦੀ 'ਤੇ ਰਹੇ? 1675 ਤੋਂ ਲੈ ਕੇ 1708 ਈਸਵੀ ਤੱਕ ਗੁਰਗੱਦੀ 'ਤੇ ਬਿਰਾਜਮਾਨ ਰਹੇ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀ ਨੀਤੀ ਮੁੜ ਅਪਣਾਉਣ ਦਾ ਫੈਸਲਾ ਕੀਤਾ? ਗੁਰੂ ਹਰਗੋਬਿੰਦ ਜੀ ਦੁਆਰਾ ਅਪਣਾਈ ਗਈ ਨੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੈਰੋਕਾਰਾਂ ਨੂੰ ਕੀ ਆਦੇਸ਼ ਦਿੱਤਾ ਕਿ ਹਥਿਆਰਾਂ ਅਤੇ ਘੋੜੇ ਭੇਂਟ ਕਰਨ ਉਹ ਉਹਨਾਂ ਨੂੰ, ਤੇ ਵੱਡੀ ਗਿਣਤੀ ਵਿੱਚ ਗੁਰੂ ਦੀ ਫੌਜ ਵਿੱਚ ਭਰਤੀ ਹੋਣ ਲਈ ਕਿਹਾ ਸੀਗਾ। ਭੰਗਾਣੀ ਦੀ ਲੜਾਈ ਕਦੋਂ ਹੋਈ? 1688 ਈਸਵੀ ਦੇ ਵਿੱਚ। ਭੰਗਾਣੀ ਦੀ ਲੜਾਈ ਕਿਹਨਾਂ ਦੇ ਵਿਚਕਾਰ ਹੋਈ? ਕਹਿਲੂਰ ਦਾ ਸ਼ਾਸਕ ਸੀਗਾ ਭੀਮ ਚੰਦ ਤੇ ਸ਼੍ਰੀਨਗਰ ਦਾ ਸ਼ਾਸਕ ਫਤਿਹ। ਠੀਕ ਆ, ਇਹਨਾਂ ਦੋਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਵਿਚਕਾਰ ਹੋਈ ਸੀ, ਪਰ ਇਹਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਜੇਤੂ ਰਹੇ ਸੀਗੇ। ਭੰਗਾਣੀ ਦੀ ਲੜਾਈ ਵਿੱਚ ਕੌਣ ਗੁਰੂ ਗੋਬਿੰਦ ਸਿੰਘ ਜੀ ਦੀ ਸਹਾਇਤਾ ਲਈ ਪਹੁੰਚਿਆ? ਛਡੌਰਾ ਦਾ ਪੀਰ ਜਿਹੜਾ ਬੁੱਧੂ ਸ਼ਾਹ ਸੀਗਾ, ਉਹ ਇਸ ਲੜਾਈ ਵਿੱਚ ਸਿੱਖਾਂ ਦੀ ਮਤਲਬ ਆਪਣੀ ਸੈਨਾ ਲੈ ਕੇ ਪਹੁੰਚ ਗਿਆ ਸੀਗਾ, ਜਿਹਦੇ ਕਰਕੇ ਸਿੱਖਾਂ ਦੀ ਸ਼ਾਨਦਾਰ ਜਿੱਤ ਹੋਈ ਸੀਗੀ। ਭੰਗਾਣੀ ਨਾਂ ਦਾ ਸਥਾਨ ਕਿੱਥੇ ਸਥਿਤ ਹੈ? ਪਾਉਂਟਾ ਸਾਹਿਬ ਤੋਂ 10 ਕਿਲੋਮੀਟਰ ਦੂਰ। ਨਦੌਣ ਦੀ ਲੜਾਈ ਕਦੋਂ ਹੋਈ? 1690 ਈਸਵੀ ਦੇ ਵਿੱਚ। ਭੰਗਾਣੀ ਦੀ ਲੜਾਈ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਕਿੱਥੇ ਆ ਗਏ? ਅਨੰਦਪੁਰ ਸਾਹਿਬ। ਅਨੰਦਪੁਰ ਸਾਹਿਬ ਆ ਕੇ ਗੁਰੂ ਜੀ ਨੇ ਕਿਹੜੇ 4 ਕਿਲ੍ਹਿਆਂ ਦੀ ਉਸਾਰੀ ਕਰਵਾਈ? ਆਨੰਦਗੜ੍ਹ, ਲੋਹਗੜ੍ਹ, ਫਤਿਹਗੜ੍ਹ ਤੇ ਕੇਸਗੜ੍ਹ ਨਾਂ ਦੇ 4 ਕਿਲ੍ਹਿਆਂ ਦੀ ਉਸਾਰੀ ਕਰਵਾਈ। ਨਦੌਣ ਦੀ ਲੜਾਈ ਦਾ ਕੀ ਕਾਰਨ ਸੀ? ਪਹਾੜੀ ਰਾਜਿਆਂ ਨੇ ਮੁਗਲ ਸਰਕਾਰ ਨੂੰ ਜਿਹੜਾ ਸੀ ਸਾਲਾਨਾ ਟੈਕਸ ਦੇਣਾ ਬੰਦ ਕਰਤਾ ਸੀ, ਕਰ ਦੇਣਾ। ਇਹੀ ਜਿਹੜਾ ਸੀਗਾ ਨਦੌਣ ਦੀ ਲੜਾਈ ਦਾ ਕਾਰਨ ਸੀਗਾ। ਪਹਾੜੀ ਜਿਹੜੇ ਰਾਜੇ ਸੀਗੇ, ਠੀਕ ਆ, ਪਹਾੜੀ ਰਾਜਿਆਂ ਦਾ ਨੇਤਾ ਕੌਣ ਸੀਗਾ? ਭੀਮ ਚੰਦ ਜਿਹੜਾ ਸੀਗਾ ਪਹਾੜੀ ਰਾਜਿਆਂ ਦਾ ਨੇਤਾ ਹੁੰਦਾ ਸੀਗਾ। ਸਾਲਾਨਾ ਕਰਜ਼ ਇਕੱਠਾ ਕਰਨ ਦੇ ਉਦੇਸ਼ ਨਾਲ ਮੁਗਲ ਸਰਕਾਰ ਨੇ ਕਿਸ ਨੂੰ ਭੇਜਿਆ? ਆਲਿਫ ਖਾਨ ਦੀ ਅਗਵਾਈ ਹੇਠ ਸੈਨਾ ਭੇਜੀ। ਨਦੌੜ ਦੀ ਲੜਾਈ ਵਿੱਚ ਗੁਰੂ ਜੀ ਨੇ ਕਿਸ ਦਾ ਸਾਥ ਦਿੱਤਾ? ਭੀਮ ਚੰਦ ਦਾ ਸਾਥ ਦਿੱਤਾ ਸੀਗਾ। ਨਦੌੜ ਦੀ ਲੜਾਈ ਦਾ ਕੀ ਨਤੀਜਾ ਨਿਕਲਿਆ ਕਿ ਆਲਿਫ ਖਾਨ ਦੀ ਹਾਰ ਹੋਈ ਤੇ ਉਹ ਲੜਾਈ ਦੇ ਮੈਦਾਨ ਵਿੱਚੋਂ ਭੱਜ ਗਿਆ। ਔਰੰਗਜ਼ੇਬ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਵੱਧਦੀ ਹੋਈ ਸ਼ਕਤੀ ਨੂੰ ਕੁਚਲਣ ਲਈ ਕਿਸ ਨੂੰ ਆਦੇਸ਼ ਦਿੱਤਾ? ਦਿਲਾਵਰ ਖਾਂ ਨੂੰ ਆਦੇਸ਼ ਦਿੱਤਾ। ਦਿਲਾਵਰ ਖਾਂ ਨੇ ਕਿਸ ਦੀ ਅਗਵਾਈ ਹੇਠ ਗੁਰੂ ਜੀ ਵਿਰੁੱਧ ਸੈਨਾ ਭੇਜੀ? ਹੁਣ ਜਿਹੜਾ ਦਿਲਾਵਰ ਖਾਂ ਸੀ, ਉਹਨੇ ਆਪਣੇ ਪੁੱਤਰ ਖਾਨਜ਼ਾਦਾ ਰੁਸਤਮ ਖਾਨ ਦੇ ਅਧੀਨ, ਪਰ ਉਸ ਸਮੇਂ ਜਿਹੜਾ ਕੀ ਸੀਗਾ ਵੀ ਦਰਿਆ ਸਤਲੁਜ ਜਿਹੜਾ ਸੀ ਉਹਦੇ ਵਿੱਚ ਹੜ੍ਹ ਆਇਆ ਹੋਇਆ ਸੀ, ਜਿਹਦੇ ਕਾਰਨ ਇਹ ਫੌਜ ਜਿਹੜੀ ਸੀ ਬਿਨਾਂ ਲੜੇ ਵਾਪਸ ਮੁੜ ਗਈ ਸੀਗੀ ਰੁਸਤਮ ਖਾਨ ਦੀ ਸੈਨਾ। ਦਿਲਾਵਰ ਖਾਂ ਨੇ ਦੁਬਾਰਾ ਕਿਸ ਦੀ ਅਗਵਾਈ ਹੇਠ ਗੁਰੂ ਜੀ ਵਿਰੁੱਧ ਸੈਨਾ ਭੇਜੀ? ਦੁਬਾਰਾ ਫਿਰ ਉਹਨੇ ਕੀ ਕੀਤਾ ਕਿ 1695 ਈਸਵੀ ਵਿੱਚ ਹੁਸੈਨ ਖਾਂ ਦੇ ਅਧੀਨ ਜਿਹੜੀ ਸੀ ਦੁਬਾਰਾ ਸੈਨਾ ਭੇਜੀ ਸੀਗੀ। ਇਸ ਲੜਾਈ ਵਿੱਚ ਹੁਸੈਨ ਖਾਂ ਦਾ ਸਾਥ ਕਿਸ ਨੇ ਦਿੱਤਾ ਸੀ? ਰਾਜਾ ਭੀਮ ਚੰਦ ਤੇ ਰਾਜਾ ਕਿਰਪਾਲ ਚੰਦ ਨੇ ਜਿਹੜਾ ਸੀ ਹੁਸੈਨ ਖਾਂ ਦਾ ਸਾਥ ਦਿੱਤਾ ਸੀਗਾ। ਇਸ ਲੜਾਈ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਕਿਸ ਦਾ ਸਾਥ ਦਿੱਤਾ? ਗੁਲੇਰ ਦੇ ਰਾਜੇ ਗੋਪਾਲ ਦਾ। ਹੁਸੈਨ ਖਾਂ ਦੀ ਮੁਹਿੰਮ ਦਾ ਕੀ ਨਤੀਜਾ ਨਿਕਲਿਆ ਕਿ ਹੁਸੈਨ ਖਾਂ ਤੇ ਕਿਰਪਾਲ ਚੰਦ ਦਾ ਜਿਹੜਾ ਲੜਾਈ ਵਿੱਚ ਮਾਰੇ ਗਏ ਤੇ ਗੁਲੇਰ ਦਾ ਜਿਹੜਾ ਸ਼ਾਸਕ ਆ ਗੋਪਾਲ ਉਹ ਜੇਤੂ ਰਿਹਾ ਸੀਗਾ। ਹੁਸੈਨ ਖਾਂ ਦੀ ਮੌਤ ਤੋਂ ਬਾਅਦ ਦਿਲਾਵਰ ਨੇ ਕਿਸ ਦੇ ਅਧੀਨ ਮੁਹਿੰਮ ਭੇਜੀ? ਜੁਝਾਰ ਸਿੰਘ ਦੇ ਅਧੀਨ, ਪਰ ਇਹ ਵੀ ਕੀ ਸੀਗਾ ਅਸਫਲ ਰਿਹਾ ਸੀਗਾ। ਔਰੰਗਜ਼ੇਬ ਨੇ ਸ਼ਹਿਜ਼ਾਦਾ ਮੁਅੱਜ਼ਮ ਦੀ ਅਗਵਾਈ ਹੇਠ ਸੈਨਾ ਕਦੋਂ ਭੇਜੀ? 1696 ਈਸਵੀ ਦੇ ਵਿੱਚ। ਸ਼ਹਿਜ਼ਾਦਾ ਮੁਅੱਜ਼ਮ ਨੇ ਕਿਸ ਨੂੰ ਪਹਾੜੀ ਰਾਜਿਆਂ ਨੂੰ ਸਬਕ ਸਿਖਾਉਣ ਲਈ ਭੇਜਿਆ? ਅੱਗੇ ਉਹਨੇ ਜਾ ਕੇ ਕਿਹਨੂੰ ਭੇਜਤਾ? ਮਿਰਜ਼ਾ ਬੇਗ ਨੂੰ ਭੇਜਤਾ।
ਸ਼ਹਿਜ਼ਾਦਾ ਮੁਅੱਜ਼ਮ ਨੇ ਗੁਰੂ ਗੋਬਿੰਦ ਸਿੰਘ ਜੀ ਵਿਰੁੱਧ ਕੋਈ ਕਾਰਵਾਈ ਕਿਉਂ ਨਾ ਕੀਤੀ? ਭਾਈ ਨੰਦ ਲਾਲ ਦੇ ਪ੍ਰਭਾਵ ਦੇ ਸਦਕਾ ਉਹਨੇ ਕੀ ਸੀਗਾ ਕਿ ਗੁਰੂ ਜੀ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ। ਖਾਲਸਾ ਪੰਥ ਦੀ ਸਥਾਪਨਾ ਕਿਸਨੇ ਕੀਤੀ? ਗੁਰੂ ਗੋਬਿੰਦ ਸਿੰਘ ਜੀ ਨੇ। ਖਾਲਸਾ ਪੰਥ ਦੀ ਸਥਾਪਨਾ ਕਦੋਂ ਕੀਤੀ ਗਈ? 1699 ਈਸਵੀ ਵਿੱਚ। ਖਾਲਸਾ ਪੰਥ ਦੀ ਸਥਾਪਨਾ ਕਿੱਥੇ ਕੀਤੀ ਗਈ? ਅਨੰਦਪੁਰ ਸਾਹਿਬ ਵਿਖੇ ਖਾਲਸਾ ਪੰਥ ਦੀ ਸਥਾਪਨਾ ਵਾ ਜਿਹੜੀ ਕੀਤੀ ਗਈ ਆ ਉਹ ਵਿਸਾਖੀ ਵਾਲੇ ਦਿਨ, ਠੀਕ ਹੈ, 13 ਅਪ੍ਰੈਲ 1699 ਨੂੰ। ਖਾਲਸਾ ਇਸਤਰੀ ਆਪਣੇ ਨਾਂ ਨਾਲ ਕਿਹੜਾ ਅੱਖਰ ਲਗਾਉਂਦੀ ਹੈ? ਕੌਰ। ਖਾਲਸਾ ਨੂੰ ਕਿੰਨੇ ਕਕਾਰ ਧਾਰਨ ਕਰਨੇ ਪੈਂਦੇ ਹਨ? 5 ਕਕਾਰ। ਕੇਸ਼, ਕੜਾ, ਕਛਹਿਰਾ, ਕੰਘਾ ਤੇ ਕਿਰਪਾਨ। ਅੱਗੇ ਹੈ ਮਸੰਦ ਪ੍ਰਥਾ ਨੂੰ ਕਿਸਨੇ ਖਤਮ ਕੀਤਾ? ਗੁਰੂ ਗੋਬਿੰਦ ਸਿੰਘ ਜੀ ਨੇ। ਸਿੱਖਾਂ ਦੇ ਅੰਤਿਮ ਅਤੇ 10ਵੇਂ ਗੁਰੂ ਕੌਣ ਸਨ? ਗੁਰੂ ਗੋਬਿੰਦ ਸਿੰਘ ਜੀ। ਹਰੇਕ ਖਾਲਸਾ ਦੇ ਨਾਂ ਨਾਲ ਲੱਗਾ ਸਿੰਘ ਸ਼ਬਦ ਕਿਹੜੀ ਗੱਲ ਦਾ ਪ੍ਰਤੀਕ ਹੈ? ਇਹ ਸ਼ਬਦ ਉਹਨਾਂ ਦੀ ਵੀਰਤਾ ਤੇ ਨਿਡਰਤਾ ਦਾ ਪ੍ਰਤੀਕ ਹੈ। ਮਸੰਦ ਪ੍ਰਥਾ ਨੂੰ ਕਿਸਨੇ ਖਤਮ ਕੀਤਾ? ਗੁਰੂ ਗੋਬਿੰਦ ਸਿੰਘ ਜੀ ਨੇ। ਗੁਰੂ ਗੋਬਿੰਦ ਸਿੰਘ ਜੀ ਦੀ ਆਤਮ ਕਥਾ ਦਾ ਨਾਂ ਕੀ ਹੈ? ਬਚਿੱਤਰ ਨਾਟਕ। ਜ਼ਫਰਨਾਮਾ ਕਿਹੜੀ ਭਾਸ਼ਾ ਵਿੱਚ ਲਿਖਿਆ ਗਿਆ? ਫਾਰਸੀ ਭਾਸ਼ਾ ਦੇ ਵਿੱਚ। ਜ਼ਫਰਨਾਮਾ ਕਿਸਨੇ ਲਿਖਿਆ? ਗੁਰੂ ਗੋਬਿੰਦ ਸਿੰਘ ਜੀ ਨੇ। ਜ਼ਫਰਨਾਮਾ ਕਿਹੜੇ ਸਥਾਨ ਤੋਂ ਲਿਖਿਆ ਗਿਆ? ਦੀਨਾ ਕਾਂਗੜ ਨਾਂ ਦੇ ਸਥਾਨ ਤੋਂ ਲਿਖਿਆ ਗਿਆ ਸੀਗਾ। ਗੁਰੂ ਗੋਬਿੰਦ ਸਿੰਘ ਜੀ ਨੂੰ ਹੋਰ ਕਿਸ ਨਾਂ ਨਾਲ ਜਾਣਿਆ ਜਾਂਦਾ ਹੈ? ਸਰਬੰਸਦਾਨੀ। ਅਨੰਦਪੁਰ ਸਾਹਿਬ ਦਾ ਪਹਿਲਾ ਯੁੱਧ ਕਦੋਂ ਹੋਇਆ? 1701 ਈਸਵੀ ਦੇ ਵਿੱਚ। ਅਨੰਦਪੁਰ ਸਾਹਿਬ ਦਾ ਦੂਜਾ ਯੁੱਧ ਕਦੋਂ ਹੋਇਆ? 1703 ਈਸਵੀ ਦੇ ਵਿੱਚ। ਅਨੰਦਪੁਰ ਦੀ ਦੂਜੀ ਲੜਾਈ ਵਿੱਚ ਕਿੰਨੇ ਸਿੱਖ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਛੱਡ ਕੇ ਚਲੇ ਗਏ? 40 ਸਿੱਖ। ਗੁਰੂ ਗੋਬਿੰਦ ਸਿੰਘ ਜੀ ਦੇ ਕਿਹੜੇ ਦੋ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ? ਛੋਟੇ ਸਾਹਿਬਜ਼ਾਦੇ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਜੀ ਤੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਨੂੰ। ਗੁਰੂ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਨੇ ਨੀਹਾਂ ਵਿੱਚ ਚਿਣਵਾਇਆ? ਸਰਹਿੰਦ ਦੇ ਨਵਾਬ ਵਜ਼ੀਰ ਖਾਂ ਨੇ। ਚਮਕੌਰ ਸਾਹਿਬ ਦੀ ਲੜਾਈ ਕਦੋਂ ਹੋਈ? 1704 ਈਸਵੀ ਵਿੱਚ। ਚਮਕੌਰ ਸਾਹਿਬ ਦੀ ਲੜਾਈ ਵਿੱਚ ਗੁਰੂ ਜੀ ਦੇ ਕਿਹੜੇ ਦੋ ਸਾਹਿਬਜ਼ਾਦੇ ਸ਼ਹੀਦ ਹੋਏ? ਦੋਨੋਂ ਵੱਡੇ ਸਾਹਿਬਜ਼ਾਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਤੇ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਜਿਹੜੇ ਸੀਗੇ ਚਮਕੌਰ ਸਾਹਿਬ ਦੀ ਲੜਾਈ ਵਿੱਚ ਸ਼ਹੀਦ ਹੋ ਗਏ ਸੀਗੇ। ਖਿਦਰਾਣਾ ਦੀ ਲੜਾਈ ਕਦੋਂ ਹੋਈ? 1705 ਈਸਵੀ ਦੇ ਵਿੱਚ। ਅਨੰਦਪੁਰ ਸਾਹਿਬ ਵਿੱਚ ਬੇਦਾਵਾ ਲਿਖਣ ਵਾਲੇ 40 ਸਿੱਖਾਂ ਨੂੰ ਖਿਦਰਾਣਾ ਦੇ ਯੁੱਧ ਵਿੱਚ ਕੀ ਨਾਂ ਦਿੱਤਾ ਗਿਆ? 40 ਮੁਕਤਿਆਂ ਦਾ ਨਾਮ ਉਹਨਾਂ ਨੂੰ ਦਿੱਤਾ ਗਿਆ। ਅਨੰਦਪੁਰ ਸਾਹਿਬ ਦੇ ਦੂਜੇ ਯੁੱਧ ਵਿੱਚ ਬੇਦਾਵਾ ਲਿਖਣ ਵਾਲੇ 40 ਸਿੱਖਾਂ ਦਾ ਮੁਖੀ ਕੌਣ ਸੀ? ਭਾਈ ਮਹਾਂ ਸਿੰਘ। ਗੁਰੂ ਗੋਬਿੰਦ ਸਾਹਿਬ ਦੇ ਜੀਵਨ ਕਾਲ ਦਾ ਅੰਤਿਮ ਯੁੱਧ ਕਿਹੜਾ ਸੀ? ਖਿਦਰਾਣਾ ਦਾ ਯੁੱਧ। ਖਿਦਰਾਣਾ ਦਾ ਨਾਂ ਕੀ ਪੈ ਗਿਆ? ਮੁਕਤਸਰ। ਮੁਕਤਸਰ ਦਾ ਇਹ ਨਾਂ ਕਿਵੇਂ ਪਿਆ? 40 ਮੁਕਤਿਆਂ ਦੇ ਕਾਰਨ। ਇਸ ਦੇ ਨਾਲ ਹੀ ਮੇਰਾ ਅੱਜ ਦਾ ਜਿਹੜਾ ਲੈਸਨ ਆ ਇਹ ਖਤਮ ਹੁੰਦਾ। ਆਈ ਹੋਪ ਕਿ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਊਗੀ। ਵੀਡੀਓ ਪਸੰਦ ਆਈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਥੈਂਕ ਯੂ। ਮਿਲਦੇ ਹਾਂ ਨੈਕਸਟ ਵੀਡੀਓ 'ਚ।